ਤੁਸੀਂ ਕਲਾਕਾਰ ਭਾਈਚਾਰਾ ਇਕੱਠਾ ਹੋ ਕੇ ਸ਼ੰਭੂ ਵਾਲੇ ਮੋਰਚੇ ਤੇ ਗਏ ਜੀ, ਉੱਥੇ ਬਾਰਡਰ ਦੇ ਉੱਤੇ ਚਲੇ ਗਏ ਜੀ, ਉੱਥੇ ਦੀਪ ਸਿੱਧੂ ਹੋਰੀ ਵੀ ਸੀਗੇ ਜੀ, ਪਹਿਲੇ ਦਿਨ ਤੁਸੀਂ ਇਕੱਠੇ ਹੋਏ, ਮੈਂ ਵੱਖ-ਵੱਖ ਥਾਵਾਂ ਦੇ ਉੱਤੇ ਪੜ੍ਹਿਆ ਜੀ। ਪਰ ਤੁਹਾਡੀ ਉੱਥੇ ਬਹੁਤਾ ਚਿਰ ਸਾਂਝ ਨਿਭੀ ਨਹੀਂ। ਭਾਈ ਨੇ ਤਾਂ ਇਹ ਇਲਜ਼ਾਮ ਹੀ ਮੈਂ ਕਹਿ ਸਕਦਾ ਵੀ ਲਾਤਾ ਵੀ ਕਲਾਕਾਰਾਂ ਨੇ ਮੇਰਾ ਬਾਈਕਾਟ ਕਰਤਾ। ਕਿਸੇ ਕਲਾਕਾਰ ਨੇ ਕੋਈ ਬਾਈਕਾਟ ਨਹੀਂ ਕੀਤਾ। ਅਸੀਂ ਲੜ ਪੈਂਦੇ ਆ ਜੇ ਕੋਈ ਧਰਮਿੰਦਰ ਨੂੰ ਮਾੜਾ ਕਹਿ ਦੇਵੇ, ਜੇ ਕੋਈ ਸਨੀ ਦਿਓਲ ਨੂੰ ਕੋਈ ਕਹਿ ਦੇਵੇ ਵੀ ਇਹ ਤਾਂ ਇਦਾਂ ਜੀ, ਅਸੀਂ ਮਤਲਬ ਸਾਡਾ ਖੂਨ ਖੌਲਦਾ। ਕਿਤੇ ਨਾ ਕਿਤੇ ਕਿਸਾਨੀ ਜਥੇਬੰਦੀਆਂ ਦੇ ਵਿੱਚ ਵੀ ਪਾਟੋ ਧਾੜ ਹੈ। ਆਪਾਂ ਵੇਖਦੇ ਆ ਵੀ ਦੋਵਾਂ ਦਾ ਮੂੰਹ ਦੂਜੇ ਬੰਨੇ ਆ ਤੇ ਬਾਕੀਆਂ ਦਾ ਦੂਜੇ ਬੰਨੇ ਆ। ਉਦਾਂ ਹੀ ਕਲਾਕਾਰਾਂ ਦੇ ਵਿੱਚ ਵੀ ਇਹ ਪਾਟੋ ਧਾੜ ਆ ਗਈ। ਆਪਾਂ ਪਾਟੋ ਧਾੜ ਮਤਲਬ ਬਾਕੀ ਕਲਾਕਾਰਾਂ ਨੂੰ ਇਨਵੋਲਵ ਨਾ ਕਰੀਏ। ਉੱਥੇ ਸਿਰਫ ਇੰਡਸਟਰੀ ਦਾ ਇੱਕ ਹੀ ਦੀਪ ਬਾਈ ਦਾ ਮੋਰਚਾ ਲੱਗਿਆ। ਜਿਹੜੇ ਕਲਾਕਾਰਾਂ ਦਾ 70% ਹਿੱਸਾ ਉਹ ਆਉਂਦਾ ਭੀੜ ਨੂੰ ਦੇਖ ਕੇ। ਮੈਨੂੰ ਲੱਗਦਾ ਵੀ ਜੇ ਇਹ ਗੱਲ ਕਲਾਕਾਰ ਬਾਰੇ ਕਹਿ ਦਿੱਤੀ ਜਾਵੇ ਵੀ ਕਲਾਕਾਰ ਭੀੜ ਦਾ ਹੀ ਭੁੱਖਾ ਹੁੰਦਾ ਹੈ, ਮੈਨੂੰ ਨਹੀਂ ਲੱਗਦਾ ਵੀ ਇਸ ਚੀਜ਼ ਦੀ ਕਲਾਕਾਰ ਨੂੰ ਲੋੜ ਹੈ। ਪਰ ਬਹੁਤ ਸਾਰੇ ਕਲਾਕਾਰ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਕਿਸੇ ਨੇ ਬਾਬੇ ਦਾ ਰੁਤਬਾ ਦੇ ਦਿੱਤਾ, ਜਿਨ੍ਹਾਂ ਨੂੰ ਕਿਸੇ ਨੇ ਕਿਹਾ ਵੀ ਇਹ ਤਾਂ ਗਾਇਕ ਹੀ ਲੋਕਾਂ ਦੇ ਨੇ, ਕਿਸੇ ਨੇ ਕਹਿ ਦਿੱਤਾ ਵੀ ਇਹ ਤਾਂ ਸੱਭਿਆਚਾਰ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ, ਉਹ ਤਾਂ ਬੋਲੇ ਨਹੀਂ। ਪਰ ਜਿਹੜਾ ਸਾਡੇ ਵਾਲਾ ਪੂਰਾ ਇਹਦੇ ਤੇ ਸਿਰਫ ਇਹੀ ਇਲਜ਼ਾਮ ਲੱਗਿਆ ਵੀ ਇਹਨਾਂ ਨੇ ਗਾਉਣੇ ਵਾਲਿਆਂ ਨੇ ਤਾਂ ਜੀ ਯੂਥ ਨੂੰ ਕਰਾਹੇ ਪਾਤਾ, ਯੂਥ ਨੂੰ ਵਿਗਾੜਤਾ, ਇਹਨਾਂ ਨੇ ਤਾਂ ਜੀ ਰਫਲਾਂ ਹੱਥ 'ਚ ਦੇਤੀਆਂ। ਨਹੀਂ ਪਾਇਆ ਵੀ ਆ, ਮੰਨ ਲਿਆ ਵੀ 31 ਕਿਸਾਨ ਜਥੇਬੰਦੀਆਂ ਬਣ ਗਈਆਂ। ਇਹ ਬਣਦੀ ਨਹੀਂ ਸੀ ਆਪਸ ਦੇ ਵਿੱਚ, ਤਾਂ ਬਣ ਗਈਆਂ ਨਾ। ਬਿਲਕੁਲ ਸਹੀ। ਤਾਂ 1 2 3 4 5 ਦੇ ਨਾਲ ਵੀ ਗੁਜ਼ਾਰਾ ਹੋ ਜਾਣਾ ਸੀ। ਮੈਨੂੰ ਵੀ ਇਸ ਤੁਹਾਡੇ ਵਾਲੀ ਗੱਲ ਤੇ ਹੈਰਾਨੀ ਬਹੁਤ ਹੋਈ ਸੀ। ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਵੀ 31 ਜਥੇਬੰਦੀਆਂ ਨੇ। ਜਦੋਂ ਮੈਨੂੰ ਕਿਸਾਨ ਭਵਨ 'ਚ ਦੱਸਿਆ ਗਿਆ ਵੀ 31 ਨੇ, ਹੋ ਇਕੱਠੇ ਕਰ ਲੈ ਆਪਣੇ ਯਾਰ, ਭਾਵੇਂ 10 ਨੇ ਭਾਵੇਂ 4, ਓਏ ਜੱਟਾ ਤਕੜਾ ਹੋ ਜਾ। ਸੈਂਟਰ ਦੀ ਸਰਕਾਰ ਰਹੀ ਸਦਾ ਜੱਟਾਂ ਲਈ ਗਦਾਰ, ਓਏ ਜੱਟਾ ਤਕੜਾ ਹੋ ਜਾ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਅੱਜ ਫਿਰ ਤੋਂ ਸਾਡੇ ਵਿਹੜੇ ਦੇ ਵਿੱਚ ਮਹਿਮਾਨ ਆਏ ਨੇ ਤੇ ਇੱਕ ਖਾਸ ਕਿਸ਼ਤ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਮੈਂ ਚਾਹੁੰਦੀ ਆ ਵੀ ਉਹਦੇ ਬਾਰੇ ਚ ਤੁਸੀਂ ਹੀ ਦੱਸ ਦਿਓ। ਦੇਖੋ ਹਰਮਨ ਜੀ, ਗੱਲ ਇਹ ਆ ਵੀ ਜਿਹੜੇ ਇਹ ਕਿਸਾਨ ਧਰਨੇ ਇਸ ਵਕਤ ਚੱਲ ਰਹੇ ਆ ਜੀ, ਜਿਹੜੇ 1.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ, ਲਗਾਤਾਰ ਅੱਗੇ ਤੋਂ ਅੱਗੇ ਜਾਰੀ ਹੈ ਤੇ ਪਤਾ ਨਹੀਂ ਕੇਂਦਰ ਦੀ ਸਰਕਾਰ ਨੇ ਕਦੋਂ ਝੁਕਣਾ ਤੇ ਉਹਨਾਂ ਨੇ ਮਨ ਆਈਆਂ ਕਰਨ ਤੋਂ ਕਦੋਂ ਕੋ ਰੁਕਣਾ। ਬਿਲਕੁਲ। ਪਰ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ, ਖੇਤ ਮਜ਼ਦੂਰਾਂ ਦੇ ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਇਹਨਾਂ ਅੰਦੋਲਨਾਂ ਦੇ ਵਿੱਚ ਐਤਕੀ ਕਲਾਕਾਰ ਭਾਈਚਾਰੇ ਦੇ ਵੱਲੋਂ ਵੀ ਹਿੱਸਾ ਪਾਇਆ ਗਿਆ। ਜਿਹੜੇ ਸਾਡੇ ਕੋਲੇ ਅੱਜ ਕਲਾਕਾਰ ਪਹੁੰਚੇ ਆ, ਉਹਨਾਂ ਨੇ ਹੁਣ ਤੱਕ ਕਈ ਧਰਨਿਆਂ ਦੇ ਵਿੱਚ ਹਿੱਸਾ ਲਿਆ। ਉਹਨਾਂ ਨੇ ਇੱਕ ਵੱਖਰੀ ਮੁਹਿੰਮ ਕਹੀਏ ਜਾਂ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਮੁਹਿੰਮ ਚਲਾਈ, ਇਹ ਗੱਲ ਕਹਿ ਲਈਏ। ਮੈਂ ਇਸ ਤੋਂ ਪਹਿਲਾਂ ਗਾਣੇ ਉਹਨਾਂ ਦੇ ਘੱਟ ਸੁਣੇ ਸੀ। ਮੈਨੂੰ ਤੁਸੀਂ ਦੱਸਿਆ ਵੀ ਨੋਜ਼ ਪਿੰਨ ਇੱਕ ਆਇਆ, ਇੱਕ ਆ ਵੀ ਆਇਆ। ਉਹ ਗਾਣੇ ਆ ਜਿਹੜੇ ਉਹ ਹੋ ਸਕਦਾ ਵੀ ਬਹੁਤ ਮਕਬੂਲ ਹੋਣ, ਮੇਰੇ ਚੇਤੇ ਦੇ ਵਿੱਚ ਨਾ ਆਏ ਹੋਣ ਜਾਂ ਮੇਰੇ ਚੇਤੇ ਦੇ ਲਾਂਘੇ ਵਿੱਚ ਦੀ ਨਾ ਨਿਕਲੇ ਹੋਣ, ਪਰ ਮੈਂ ਉਹਨਾਂ ਨੂੰ ਕਿਸਾਨੀ ਧਰਨਿਆਂ ਦੇ ਵਿੱਚ ਨਿੱਠ ਕੇ ਬੋਲਦੇ ਦੇਖਿਆ। ਬਿਲਕੁਲ। ਉਹਨਾਂ ਨੇ ਬਹੁਤ ਸਾਰੇ ਧਰਨਿਆਂ ਦੇ ਵਿੱਚ ਹਿੱਸਾ ਲਿਆ ਤੇ ਅੱਜ ਜਸ ਬਾਜਵਾ ਹੋਰੀ ਸਾਡੇ ਨਾਲ ਨੇ। ਇਹਨਾਂ ਨੂੰ ਅਸੀਂ ਪੁੱਛਣਾ ਵੀ ਭਾਈ ਤੁਹਾਡਾ ਗਾਇਕੀ ਦਾ ਸਫ਼ਰ ਕਿਵੇਂ ਆ, ਤੇ ਤੁਸੀਂ ਗਾਣਿਆਂ ਦੇ ਵਿੱਚ ਬੰਦੂਕਾਂ ਮਦਾਕਾਂ ਵੀ ਚੱਕ ਲੈਂਦੇ ਹੁੰਦੇ ਆ, ਤੇ ਤੁਸੀਂ ਕਿਸਾਨ ਧਰਨਿਆਂ ਦੇ ਵਿੱਚ ਨਿੱਠ ਕੇ ਯੋਗਦਾਨ ਪਾਇਆ। ਪਹਿਲਾਂ ਤੁਸੀਂ ਸਾਰੇ ਜਣੇ ਨੇ ਰਲ ਕੇ ਤੇ ਸ਼ੰਭੂ ਮੋਰਚੇ ਦੇ ਉੱਤੇ ਮੁਹਿੰਮ ਸ਼ੁਰੂ ਕੀਤੀ ਸੀ। ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਖੜੋਤ ਵਾਲੇ ਕਾਰਨ ਬਣ ਗਏ। ਵਜ੍ਹਾ ਕੀ ਆ, ਮਾਜਰਾ ਕੀ ਆ, ਕਲਾਕਾਰ ਕਿੰਨੇ ਕੁ ਸੁਹਿਰਦਾ ਇਸ ਕਿਸਾਨ ਅੰਦੋਲਨ ਦੇ ਲਈ? ਜੀ, ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ। ਬਿਲਕੁਲ ਸਹੀ। ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਬਾਈ? ਚੜ੍ਹਦੀ ਕਲਾ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਇਹ ਮੈਨੂੰ ਵੈਸੇ ਵੇਖ ਕੇ ਨਾ ਥੋੜਾ ਜਿਹਾ ਵੱਖਰਾ ਲੱਗਾ ਵੀ ਕਲਾਕਾਰ ਉਹ ਭੜਕੀਲੇ ਜਿਹੇ ਲੀੜੇ ਪਾਉਂਦੇ ਹੁੰਦੇ ਤੇ ਤੁਸੀਂ ਚਿੱਟੇ ਲੀੜਿਆਂ ਦੇ ਉੱਤੇ ਕਾਲੀ ਜੈਕਟ ਪਾ ਕੇ। ਇਹ ਨੇਤਾਗਿਰੀ ਦੇ ਵੱਲ ਪੈਰ ਪੱਟਿਆ ਜਾਂ ਉਦਾਂ ਮਨ ਦੀ ਮੌਜ ਆ? ਨਹੀਂ, ਇਹ ਮਨ ਦੀ ਮੌਜ ਹੀ ਕਹਿ ਲਓ ਜੀ। ਮੈਂ ਥੋੜਾ ਜਿਹਾ ਸ਼ੁਰੂ ਤੋਂ ਹੀ ਮੈਨੂੰ ਇਹ ਵਧੀਆ ਲੱਗਦਾ ਜੀ ਕੁੜਤਾ ਪਜਾਮਾ। ਮੈਂ ਤਕਰੀਬਨ ਵਿਆਹਾਂ ਦੇ ਜਿਹੜੇ ਸਾਡੇ ਸ਼ੋਅ ਵੀ ਨੇ, ਲੋਕ ਤਾਂ ਉੱਥੇ ਜ਼ਿਆਦਾ ਪੈਂਟ ਕੋਟ ਪਾ ਕੇ ਜਾਣਾ ਪਸੰਦ ਕਰਦੇ, ਤੇ ਮੈਂ ਸ਼ੁਰੂ ਤੋਂ ਹੀ ਇਦਾਂ ਕੁੜਤੇ ਪਜਾਮੇ, ਮੈਨੂੰ ਮੇਰਾ ਪਸੰਦੀਦਾ ਲਿਬਾਸ ਹੈ ਜੀ। ਮੈਂ ਇਹਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂਗਾ? ਨਹੀਂ, ਇਹਦਾ ਧਰਨਿਆਂ ਦੇ ਵਿੱਚ ਸੰਬੋਧਨ ਕਰਨ ਨਾਲ ਕੋਈ ਸੰਬੰਧ ਨਹੀਂਗਾ? ਨਹੀਂ, ਉਦਾਂ ਕੋਈ ਉਹਦੇ ਨਾਲ। ਇਹ ਸੁਭਾਵਿਕ ਹੈ ਜੀ, ਮੇਰੇ ਇਹ ਸੁਭਾਅ 'ਚ ਨੇ ਇਹ ਚੀਜ਼ਾਂ। ਚਲੋ, ਇਹ ਤੁਹਾਡੇ ਸੁਭਾਅ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ, ਤੁਹਾਡਾ ਰਹਿਣਾ ਸਹਿਣਾ, ਤੁਹਾਡਾ ਖਾਣਾ ਪੀਣਾ, ਤੁਹਾਡਾ ਕੱਪੜਾ ਲੀੜਾ। ਸੋ ਇਹ ਪਿੰਡਾਂ 'ਚੋਂ ਅਸੀਂ ਆਏ ਹਾਂ ਜੀ ਅੱਗੇ।
ਸੋ ਆਪਦੇ ਬਜ਼ੁਰਗਾਂ ਨੂੰ ਜਿਵੇਂ ਦੇਖਿਆ, ਆਪਦੇ ਘਰਦਿਆਂ ਨੂੰ ਜਿਵੇਂ ਜਿਹੜੇ ਸਾਦੇਪਣ 'ਚ ਦੇਖਿਆ, ਉਹੀ ਤਕਰੀਬਨ ਬਰਕਰਾਰ ਬਾਈ ਜੀ ਹੈ ਤੁਹਾਡੇ ਗਾਇਕੀ ਦੇ ਸਵਾਲ ਅਸੀਂ ਬਾਅਦ ਦੇ ਵਿੱਚ ਕਰਾਂਗੇ, ਪਹਿਲਾਂ ਚਲੰਤ ਮਾਮਲੇ ਦੇ ਉੱਤੇ ਸਵਾਲ ਕਰਦੇ ਆ। ਜੀ। ਕਲਾਕਾਰ ਭਾਈਚਾਰੇ ਦੇ ਉੱਤੇ ਸਮੇਂ-ਸਮੇਂ ਤੇ ਦੋਸ਼ ਲੱਗਦਾ ਬਈ ਇਹ ਮਸ਼ਹੂਰ ਕੰਮ ਦੇ ਵੱਲ ਜਾਂਦੇ ਆ। ਜਦੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ ਤੇ ਉਸ ਵਕਤ ਵੀ ਕਲਾਕਾਰ ਫੋਟੋ ਖਿਚਵਾਉਣ ਜਾਂਦੇ ਹੁੰਦੇ ਸੀ, ਫੋਟੋ ਖਿਚਵਾਈ ਫੇਸਬੁੱਕ ਤੇ ਪਾਈ, ਮੈਂ ਵੀ ਨਾਲ ਹਾਂ ਬਾਪੂ ਜੀ ਦੇ। ਕਿਤੇ ਹੋਰ ਕੋਈ ਕੰਮ ਚੱਲਦਾ, ਮੈਂ ਵੀ ਨਾਲ ਹਾਂ ਫਲਾਣੇ ਦੇ। ਬਸ ਉਹ 15-20 ਮਿੰਟ ਜਾਂਦੇ ਬਾਉਂਸਰਾਂ ਦੇ ਨਾਲ ਮੁੱਕੇ ਮਾਕੇ ਜਿਹੜੇ ਮਾਰਨ ਵਾਲੇ ਹੁੰਦੇ ਆ, ਬਾਅਦ ਦੇ ਵਿੱਚ ਉਹ ਗਏ। ਕੀ ਸੱਚੀ ਮੁੱਚੀ ਕਲਾਕਾਰ ਸੁਹਿਰਦ ਹੁੰਦੇ ਲੋਕ ਮਸਲਿਆਂ ਦੇ ਲਈ? ਮੈਨੂੰ ਲੱਗਦਾ ਜੀ, ਬਾਕੀ ਹਰ ਇੱਕ ਬੰਦੇ ਦੀ ਆਪ ਦੀ ਵਿਚਾਰਧਾਰਾ। ਅੱਜ ਤੋਂ ਪਹਿਲਾਂ ਪੰਜਾਬ 'ਚ ਜੋ ਕੁਝ ਹੋਇਆ, ਉੱਥੇ ਸਾਡਾ ਕਲਾਕਾਰ ਵਰਗ ਗਿਆ ਨਹੀਂ ਗਿਆ, ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ। ਪਰ ਮੈਂ ਅੱਜ ਦੀ ਗੱਲ ਕਰਦਾ ਵੀ ਇਸ ਲੜਾਈ ਨੂੰ ਪੰਜਾਬ ਦੀ ਆਖਰੀ ਲੜਾਈ ਕਿਹਾ ਜਾਂਦਾ। ਨਿੱਜੀ ਤੌਰ ਤੇ ਵੀ ਮੈਂ ਤਾਂ ਕੋਈ ਐਸਾ ਨਹੀਂ, ਜੇ ਮੈਂ ਕਲਾਕਾਰ ਨਾ ਵੀ ਹੁੰਦਾ ਤਾਂ ਜ਼ਿਮੀਂਦਾਰ ਕਿਸਾਨ ਮੈਂ ਤਾਂ ਜਾਣਾ ਹੀ ਸੀ, ਕਿਉਂਕਿ ਮੇਰੇ ਖੇਤਾਂ ਦਾ ਮਸਲਾ ਹੈ। ਫਿਰ ਕਲਾਕਾਰ ਹੋਣ ਦੇ ਨਾਤੇ ਮੇਰੇ ਜ਼ਿੰਮੇਵਾਰੀ ਹੈ ਜਿਹੜੇ ਮੇਰੇ ਫਰਜ਼ ਨੇ ਉਹ ਦੁੱਗਣੇ ਹੋ ਗਏ, ਕਿਉਂਕਿ ਪੰਜਾਬ ਨੇ ਮੈਨੂੰ ਦਿੱਤਾ ਬਹੁਤ ਕੁਛ ਹੈ ਜੀ। ਖਾਸ ਕਰਕੇ ਮੈਂ ਜਿਹੜੀ ਗਾਇਕੀ ਵੀ ਗਾਈ ਹੈ ਜੀ, ਉਹ ਜ਼ਿਆਦਾ ਪਿੰਡਾਂ ਦੇ ਨਾਲ ਰਿਲੇਟਡ ਹੀ ਗੀਤ ਗਾਏ ਨੇ। ਪੇਂਡੂ ਜਿਹੜੇ ਪਿਛੋਕੜ ਨੂੰ ਦਰਸਾਉਂਦੇ ਆ ਜਾਂ ਪੇਂਡੂ ਸੱਭਿਆਚਾਰ ਨੂੰ ਅੱਜ ਦੇ ਰੰਗ 'ਚ ਇੱਕ ਕੰਬੀਨੇਸ਼ਨ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਨੂੰ ਨਿੱਜੀ ਤੌਰ ਤੇ ਵੀ ਇਹ ਮੇਰਾ ਪਹਿਲਾ ਫਰਜ਼ ਲੱਗਦਾ ਸੀ ਕਿ ਮੈਨੂੰ ਲੋਕ ਉਹੀ ਨਾ ਕਹਿਣ ਵੀ ਸਾਡੀ ਖੁਸ਼ੀ ਦੇ ਮੌਕੇ ਸ਼ਰੀਕ ਹੁੰਦੇ ਆ। ਜੇ ਮੈਨੂੰ ਪਿੰਡਾਂ ਵਾਲਿਆਂ ਦਾ ਗਵਈਆ ਕਿਹਾ ਜਾਂਦਾ ਤਾਂ ਅੱਜ ਇਹ ਸਭ ਤੋਂ ਵੱਡੀ ਮਾਰ ਹੈ ਜਿਹੜੀ, ਕਿਉਂਕਿ ਪੰਜਾਬ ਦੇ 80-85% ਲੋਕ ਨੇ ਜਿਹੜੇ ਪਿੰਡਾਂ 'ਚ ਰਹਿੰਦੇ ਆ, ਤਾਂ ਕਰਕੇ ਅੱਗੇ ਆਉਣਾ ਨਿੱਜੀ ਤੌਰ ਤੇ ਮੈਨੂੰ ਲੱਗਿਆ ਵੀ ਮੇਰਾ ਫਰਜ਼ ਹੈ। ਤੁਹਾਡੀ ਗੱਲ ਸਹੀ ਆ, ਸਭ ਨੂੰ ਹੀ ਜਾਣਾ ਚਾਹੀਦਾ। ਸਾਡਾ ਵੀ ਫਰਜ਼ ਬਣਦਾ, ਜਿਹਦੀ ਵੀ ਥਾਲੀ ਦੇ ਵਿੱਚ ਚੌਲ ਆ, ਦਾਲ ਆ, ਰੋਟੀ ਆ, ਸਲਾਦ ਆ, ਗਾਜਰ ਆ, ਭਿੰਡੀ ਆ, ਆਲੂ ਆ, ਕੁਝ ਵੀ ਆ, ਉਹਦਾ ਇਖਲਾਕੀ ਤੌਰ ਦੇ ਉੱਤੇ ਫਰਜ਼ ਬਣਦਾ ਕਿ ਉਹ ਕਿਸਾਨ ਦੇ ਹੱਕ ਦੇ ਵਿੱਚ ਖੜੇ। ਪਰ ਕਲਾਕਾਰ ਵੀ ਪਾਟ ਗਏ ਆਪਸ ਦੇ ਵਿੱਚ, ਕਲਾਕਾਰਾਂ ਦੇ ਵਿੱਚ ਵੀ ਏਕਤਾ ਨਹੀਂ ਰਹੀ। ਰਾਜਨੀਤਿਕ ਪਾਰਟੀਆਂ ਦੇ ਵਾਂਗੂ ਇਹ ਵੀ ਪਾਟੋ ਧਾੜ ਦੇ ਸ਼ਿਕਾਰ ਹੈਗੇ ਆ। ਮੈਂ ਕਦੇ ਸੋਚਦਾ ਹੁੰਦਾ, ਮੈਂ ਤੇ ਹਰਮਨ ਜੀ ਗੱਲ ਕਰਦੇ ਆ ਵੀ 31 ਕਿਸਾਨ ਜਥੇਬੰਦੀਆਂ ਬਣ ਗਈਆਂ, ਇਹ ਬਣਦੀ ਨਹੀਂ ਸੀ ਆਪਸ ਦੇ ਵਿੱਚ ਤਾਂ ਬਣ ਗਈਆਂ ਨਾ, ਇਹ ਤਾਂ 1 2 3 4 5 ਦੇ ਨਾਲ ਵੀ ਗੁਜ਼ਾਰਾ ਹੋ ਜਾਣਾ ਸੀ। ਤੇ ਹੁਣ ਵੀ ਕਿਸਾਨੀ ਦੀ ਗੱਲ ਕਰਨ ਵਾਲੀਆਂ ਜਥੇਬੰਦੀਆਂ 7 ਤੋਂ 10 ਹੀ ਆ, ਤੇ ਬਾਕੀ ਕਿਸੇ ਦਾ ਮੂੰਹ ਇਉਂ ਨੂੰ ਆ, ਕਿਸੇ ਦਾ ਇਉਂ ਨੂੰ ਆ, ਕਿਸੇ ਦਾ ਐ ਨੂੰ ਆ। ਉਵੇਂ ਕਲਾਕਾਰਾਂ ਦਾ ਕਿਸੇ ਦਾ ਮੂੰਹ ਐ ਨੂੰ ਆ, ਕਿਸੇ ਦਾ ਇਉਂ ਨੂੰ ਆ। ਇਉਂ ਕਲਾਕਾਰ ਆ ਜਿਹੜੇ ਸਤਿਕਾਰ ਹਾਸਲ ਕਰ ਲੈਣਗੇ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਜੀ। ਮੈਨੂੰ ਲੱਗਦਾ ਵੀ ਕਲਾਕਾਰ ਭਾਈਚਾਰਾ ਸਾਰਾ ਇਕੱਠਾ ਹੀ ਆ। ਜਥੇਬੰਦੀਆਂ ਨਾਲ ਵੀ ਪਿਛਲੇ 2 ਮਹੀਨੇ ਤੋਂ ਮੈਂ ਵਿਚਰਦਾ। ਮੈਨੂੰ ਵੀ ਇਸ ਤੁਹਾਡੇ ਵਾਲੀ ਗੱਲ ਤੇ ਹੈਰਾਨੀ ਬਹੁਤ ਹੋਈ ਸੀ। ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਵੀ 31 ਜਥੇਬੰਦੀਆਂ ਨੇ। ਜਦੋਂ ਮੈਨੂੰ ਕਿਸਾਨ ਭਵਨ 'ਚ ਦੱਸਿਆ ਗਿਆ ਵੀ 31 ਨੇ ਤਾਂ ਬੜੀ ਇੱਕਦਮ ਝਟਕਾ ਜਿਹਾ ਲੱਗਿਆ। ਮੈਨੂੰ ਪਹਿਲਾਂ ਲੱਗਦਾ ਸੀ ਵੀ ਜਿੰਨੀਆਂ ਪਾਰਟੀਆਂ ਨੇ ਉਨੀਆਂ ਜਥੇਬੰਦੀਆਂ ਨੇ, ਬਟ ਜਦੋਂ ਪਤਾ ਲੱਗਿਆ ਵੀ 31 ਨੇ ਤਾਂ ਹੈਰਾਨੀ ਜੀ ਹੋਈ ਵੀ ਚਲੋ ਇੰਨੀ ਵੀ ਵਿਚਾਰਧਾਰਾ ਅਲੱਗ ਨਹੀਂ ਹੋ ਸਕਦੀ, ਵੀ ਹਰੇਕ ਦਾ 2 ਨਾਲ ਹੋ ਸਕਦਾ, 4 ਨਾਲ। ਉਵੇਂ ਚਲੋ ਠੀਕ ਹੈ, ਉਹਨਾਂ ਨੇ ਏਕੇ ਦੀ ਇੱਕ ਸਾਂਝ ਦਿਖਾਤੀ ਵੀ ਚਲੋ ਅਸੀਂ 31 ਆ, 32 ਆ, 45 ਆ, ਪਰ ਪੰਜਾਬ ਦੇ ਨਾ ਖੇਤੀ ਕਿੱਤਿਆਂ ਤੇ ਜਾਂ ਖੇਤੀ ਬਿੱਲਾਂ ਤੇ ਅਸੀਂ ਇਕੱਠੇ ਆ। ਤਾਂ ਫਿਰ ਸਾਡੀ ਇੰਡਸਟਰੀ ਨੇ ਵੀ ਜਦੋਂ ਜਥੇਬੰਦੀਆਂ ਨੂੰ 25 ਤਰੀਕ ਵਾਲੇ ਧਰਨੇ ਤੋਂ ਬਾਅਦ, ਪੰਜਾਬ ਬੰਦ ਤੋਂ ਬਾਅਦ ਸਮਰਥਨ ਦਿੱਤਾ ਸੀ। ਸਾਰੇ ਅਸੀਂ ਉਵੇਂ ਹੀ ਬਰਕਰਾਰ ਹਾਂ ਜੀ। ਅੱਜ ਵੀ ਜਥੇਬੰਦੀਆਂ ਵਾਲੇ ਜਿੱਥੇ ਵੀ ਸਾਡੀ ਡਿਊਟੀ ਲਾਉਂਦੇ ਆ ਤਾਂ ਅਸੀਂ ਉੱਥੇ ਜਾਂਦੇ ਆ। ਮੈਨੂੰ ਲੱਗਦਾ ਜ਼ਿਆਦਾਤਰ ਕਲਾਕਾਰ ਵਰਗ ਹੈ ਜਿਹੜਾ ਉਹ ਸਾਰਾ ਜਥੇਬੰਦੀਆਂ ਦੇ ਨਾਲ ਹੀ ਹੈ ਜੀ। ਤੁਸੀਂ ਕਹਿੰਦੇ ਹੋ ਕਿ ਇੰਡਸਟਰੀ ਦੇ ਵੱਲੋਂ ਤੁਸੀਂ ਸਾਰੇ ਅੱਗੇ ਆਏ ਹੋ ਤੇ ਇਸ ਲਈ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋ, ਪਰ ਬਹੁਤ ਸਾਰੇ ਕਲਾਕਾਰ ਤਾਂ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਕਿਸੇ ਨੇ ਬਾਬੇ ਦਾ ਰੁਤਬਾ ਦੇ ਦਿੱਤਾ, ਜਿਨ੍ਹਾਂ ਨੂੰ ਕਿਸੇ ਨੇ ਕਿਹਾ ਵੀ ਇਹ ਤਾਂ ਗਾਇਕ ਹੀ ਲੋਕਾਂ ਦੇ ਨੇ, ਕਿਸੇ ਨੇ ਕਹਿ ਦਿੱਤਾ ਵੀ ਇਹ ਤਾਂ ਸੱਭਿਆਚਾਰ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ। ਉਹ ਤਾਂ ਬੋਲੇ ਨਹੀਂ, ਉਹ ਤਾਂ ਆਏ ਨਹੀਂ ਉਹਨਾਂ ਦੇ ਹੱਕ ਦੇ ਵਿੱਚ। ਕੀ ਉਹ ਇੰਡਸਟਰੀ ਤੋਂ ਬਾਹਰ ਨੇ? ਉਹਨਾਂ ਦੇ ਵਿੱਚ 36 ਤਰ੍ਹਾਂ ਦੇ ਵਲ ਹੋਣਗੇ, ਪਰ ਗੱਲ ਫੇਰ ਵੀ ਕੈਨੇਡਾ ਜਾ ਕੇ 32 ਦੀ ਕਰਦੇ ਜੀ। ਅੱਛਾ, ਫਿਰ ਤੁਹਾਨੂੰ ਮੈਂ ਦੱਸ ਦਿੰਦਾ ਜੀ, ਇਹਦੇ 'ਚ ਇੱਕ ਚੀਜ਼ ਤੁਸੀਂ ਨੋਟ ਕਰ ਲਓ। ਜਿਹੜਾ ਸਾਡੇ ਵਾਲਾ ਪੂਰ ਹੈ ਨਾ ਜੀ, ਉਹਨੂੰ ਸਭ ਤੋਂ ਵੱਧ ਭੰਡਿਆ ਗਿਆ। ਜਿਨ੍ਹਾਂ ਨੂੰ ਤੁਸੀਂ ਬਾਬੇ ਵੀ ਮੰਨ ਲਿਆ, ਵੀ ਕਈ ਬਾਬੇ ਵੀ ਨੇ, ਕਈ ਲੋਕ ਗਾਇਕ ਵੀ ਨੇ, ਕਈ ਸੱਭਿਆਚਾਰ ਦੇ ਰਾਖੇ ਵੀ ਨੇ, ਬੜਾ ਕੁਝ ਮੰਨ ਲਿਆ। ਪਰ ਜਿਹੜਾ ਸਾਡੇ ਵਾਲਾ ਪੂਰਾ, ਇਹਦੇ ਤੇ ਸਿਰਫ ਇਹੀ ਇਲਜ਼ਾਮ ਲੱਗਿਆ ਵੀ ਇਹਨਾਂ ਨੇ, ਗਾਉਣੇ ਵਾਲਿਆਂ ਨੇ ਤਾਂ ਜੀ ਯੂਥ ਨੂੰ ਕਰਾਹੇ ਪਾਤਾ, ਯੂਥ ਨੂੰ ਵਿਗਾੜਤਾ, ਇਹਨਾਂ ਨੇ ਤਾਂ ਜੀ ਰਫਲਾਂ ਹੱਥ 'ਚ ਦੇਤੀਆਂ। ਨਹੀਂ, ਪਾਇਆ ਵੀ ਆ, ਮੰਨ ਲਿਆ, ਇਹ ਮੰਨ ਲਿਆ ਵੀ ਪਾਇਆ ਵੀ ਆ। ਚਲੋ ਤੁਹਾਡੀ ਗੱਲ ਵੀ ਵੱਡੀ ਕਰਤੀ। ਪਰ ਅੱਜ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਸੱਭਿਆਚਾਰ ਦੇ ਰਾਖੇ ਨੇ, ਫਿਰ ਉਹ ਨਹੀਂ ਆਏ। ਅੱਜ ਇਹੀ ਯੂਥ ਨੂੰ ਕਰਾਹੇ ਪਾਉਣ ਵਾਲੇ। ਤਾਂ ਫਿਰ ਸਭ ਤੋਂ ਪਹਿਲਾਂ ਆਵਾਜ਼ ਵੀ ਇਹਨਾਂ ਨੇ ਆ ਕੇ ਚੱਕੀ ਨਾ, ਵੀ ਅਸੀਂ ਖੜੇ ਹਾਂ, ਸਾਨੂੰ ਤੁਸੀਂ ਚੰਗਾ ਕਹਿ ਲਓ, ਚਾਹੇ ਤੁਸੀਂ ਸਾਨੂੰ ਮਾੜਾ ਕਹਿ ਲਓ, ਪਰ ਗੱਲ ਇਹ ਹੈ ਵੀ ਅੱਜ ਜੇ ਲੋੜ ਪੈ ਗਈ
ਤਾਂ ਅਸੀਂ ਉਹੀ ਗਾਉਣੇ ਵਾਲਾ ਯੂਥ ਜਿਹੜਾ ਨਵਾਂ ਪੂਰਾ ਉਹੀ ਯੂਥ ਨੂੰ ਕਹਿ ਰਿਹਾ ਵੀ ਸਾਡੇ ਖੇਤ ਲੁੱਟੇ ਗਏ ਭਾਈ, ਦਿੱਲੀ ਦੀ ਸਰਕਾਰ ਨੇ ਲੈ ਜਾਣਾ ਤੇ ਆਓ ਬਾਕੀ ਸਾਰਾ ਕੁਝ ਬਾਅਦ ਚੋਂ ਕਰ ਲਾਂਗੇ, ਪਹਿਲਾਂ ਧਰਨਿਆਂ 'ਚ ਆਓ, ਪਹਿਲਾਂ ਰੈਲੀਆਂ 'ਚ ਆਓ, ਪਹਿਲਾਂ ਆਪਣੇ ਬਜ਼ੁਰਗਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੋ। ਇਹ ਮੈਨੂੰ ਲੱਗਦਾ ਵੀ ਕਿਸੇ ਹੱਦ ਤੱਕ ਜਿਹੜਾ ਫਰਜ਼ ਹੈ ਅਸੀਂ ਉਹ ਆਪਦਾ ਨਿਭਾਤਾ ਤੇ ਹਲੇ ਨਿਭਾ ਰਹੇ ਹਾਂ ਜੀ ਪੈਰਲਰ। ਜਿਹੜੇ ਆ ਗਏ ਸਾਡੇ ਲਈ ਉਹ ਸਤਿਕਾਰਯੋਗ ਨੇ, ਚਾਹੇ ਮੇਰੇ ਨਾਲ 4 ਗਾਉਣੇ ਵਾਲੇ ਨੇ, ਚਾਹੇ 8 ਨੇ, ਚਾਹੇ 10 ਨੇ। ਜਿਹੜੇ ਨਹੀਂ ਆਏ ਮੈਨੂੰ ਲੱਗਦਾ ਵੀ ਜੇ ਅੱਜ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਜੀ, ਚਲੋ ਮੰਨ ਲਿਆ ਉਹਦੇ 'ਚ ਖੇਤੀ ਦਾ ਮੁੱਦਾ ਚੱਲ ਰਿਹਾ ਬਹੁਤ ਵੱਡਾ, ਇੱਕੋ ਇੱਕ ਮੁੱਦਾ, ਹਰ ਇੱਕ ਘਰ 'ਚ ਹਰ ਇੱਕ ਚੁੱਲ੍ਹੇ ਤੇ ਖੇਤੀ ਬਿੱਲਾਂ ਦੀ ਇਹੀ ਗੱਲ ਹੁੰਦੀ ਹੈ। ਜੇ ਅੱਜ ਮੈਂ ਖੜਾ ਹੋ ਕੇ ਇਹ ਕਹਿ ਦੇਵਾਂ ਵੀ ਉਹ ਆਇਆ ਨਹੀਂ, ਮੈਨੂੰ ਲੱਗਦਾ ਵੀ ਮੇਰੀ ਕਹੀ ਹੋਈ ਗੱਲ ਵੱਡੀ ਹੋ ਜਾਂਦੀ ਆ, ਉਹ ਮੁੱਦਾ ਬਣ ਜਾਂਦਾ ਵੀ ਤੂੰ ਉਹਦੇ ਬਾਰੇ ਕਿਉਂ ਟੀਪਾ ਟਿੱਕਣੀ ਕੀਤੀ ਆ ਵੀ ਉਹ ਆਇਆ ਨਹੀਂ ਇਹ ਆ ਗਿਆ। ਮੈਨੂੰ ਆਇਆ ਵੀ ਜਿਹੜਾ ਆ ਗਿਆ ਉਹ ਸਾਡਾ ਸਤਿਕਾਰਯੋਗ ਆ, ਜਿਹੜਾ ਨਹੀਂ ਆਇਆ ਉਹਨਾਂ ਨੂੰ ਆਉਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਆਉਣਾ ਚਾਹੀਦਾ, ਲੋਕਾਂ ਨੇ ਪੰਜਾਬ ਨੇ ਕੀ ਕੁਛ ਨਹੀਂ ਦਿੱਤਾ। ਤੁਸੀਂ ਕਲਾਕਾਰ ਭਾਈਚਾਰਾ ਇਕੱਠਾ ਹੋ ਕੇ ਸ਼ੰਭੂ ਵਾਲੇ ਮੋਰਚੇ ਤੇ ਗਏ ਜੀ, ਉੱਥੇ ਬਾਰਡਰ ਦੇ ਉੱਤੇ ਚਲੇ ਗਏ ਜੀ, ਉੱਥੇ ਦੀਪ ਸਿੱਧੂ ਹੋਰੀ ਵੀ ਸੀਗੇ ਜੀ। ਪਹਿਲੇ ਦਿਨ ਤੁਸੀਂ ਇਕੱਠੇ ਹੋਏ, ਮੈਂ ਵੱਖ-ਵੱਖ ਥਾਵਾਂ ਦੇ ਉੱਤੇ ਪੜ੍ਹਿਆ ਜੀ, ਪਰ ਤੁਹਾਡੀ ਉੱਥੇ ਬਹੁਤਾ ਚਿਰ ਸਾਂਝ ਨਿਭੀ ਨਹੀਂ ਜੀ। ਦੀਪ ਸਿੱਧੂ ਨੇ ਲੀਹ ਪਾੜ ਕੇ ਵੱਖਰਾ ਤੁਰਨਾ ਸ਼ੁਰੂ ਕਰਤਾ, ਤੁਸੀਂ ਆਪਣੇ ਸਾਥੀਆਂ ਸਮੇਤ ਵੱਖਰਾ ਤੁਰਨਾ ਸ਼ੁਰੂ ਕਰਤਾ। ਜਦੋਂ ਮੁੱਢ ਦੇ ਵਿੱਚ ਹੀ ਕਲਾਕਾਰਾਂ ਦੀ ਵੀ ਨਹੀਂ ਬਣੀ ਤੇ ਅੰਦੋਲਨ ਦਾ ਸਿੱਟਾ ਕੀ ਨਿਕਲਣਾ? ਮੈਂ ਮਤਲਬ ਉਹ 'ਚ ਧਿਰਾਂ ਨਹੀਂ ਹੈਗੀਆਂ, ਦੀਪ ਸਿੱਧੂ ਜਾਂ ਮੇਰੀ ਕੋਈ ਧਿਰ ਨਹੀਂ ਵੀ ਮੈਂ ਆਪਦੇ ਸਾਥੀ ਉਹਦੇ 'ਚ ਲੱਗ ਕੱਢ ਕੇ ਲੈ ਗਿਆ। ਉਹ ਸਾਰਿਆਂ ਨੇ ਜਦੋਂ ਸਾਡੀ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੀਆਂ ਨਾਲ, ਅਸੀਂ ਉਹਨਾਂ ਨੂੰ ਉੱਥੇ ਕਹਿਤਾ ਸੀ ਵੀ ਜਿਵੇਂ ਕਿਉਂਕਿ ਤੁਸੀਂ ਲੰਬੀ ਲੜਾਈ ਲੜਦੇ ਆ ਰਹੇ ਹੋ, ਸਾਨੂੰ ਕੋਈ ਨੌਲੇਜ ਨਹੀਂ, ਨਾ ਕੋਈ ਸਾਡਾ ਇੰਟਰਸਟ ਹੈ ਵੀ ਅਸੀਂ ਅੱਗੇ ਆ ਕੇ ਜਥੇਬੰਦੀਆਂ ਬਣਾਉਣੀਆਂ ਨੇ, ਵੀ ਜਿੱਥੇ ਜਿੱਥੇ ਤੁਸੀਂ ਡਿਊਟੀ ਲਾਓਗੇ, ਜਿਵੇਂ ਜਿਵੇਂ ਕਹੋਗੇ ਵੀ ਸਾਡਾ ਕੰਮ ਹੈ ਯੂਥ ਨੂੰ ਘਰਾਂ 'ਚੋਂ ਕੱਢਣਾ। ਕਲਾਕਾਰ ਨੂੰ ਜਿੱਥੇ ਕਿਹਾ ਜਾਂਦਾ ਵੀ ਯੂਥ ਉਹਨੂੰ ਦੇਖਣ ਲਈ ਆਉਂਦਾ ਜਾਂ ਉਹਦੀਆਂ ਗੱਲਾਂ, ਵੀ ਅਸੀਂ ਤੁਹਾਡੇ ਧਰਨਿਆਂ ਤੇ, ਮੈਂ ਤਾਂ ਈਵਨ ਇੱਥੇ ਤੱਕ ਇਹ ਵੀ ਕਿਹਾ ਸੀ ਵੀ ਚਾਹੇ ਬੋਲ ਵੀ ਤੁਸੀਂ ਲਿਆ ਕਰੋ ਆ ਕੇ, ਵੀ ਅਸੀਂ ਇਕੱਠ ਕਰ ਦਿਆ ਕਰਾਂਗੇ ਤੁਹਾਡੇ ਲਈ। ਸੋ ਅਸੀਂ ਸਮਰਥਨ ਦੇਤਾ ਸੀਗਾ। ਫਿਰ ਜਿਹਦੀ ਤੁਸੀਂ ਵੀਰ ਦੀ ਗੱਲ ਕੀਤੀ, ਉਹਦੇ ਕੋਈ ਵਿਚਾਰਧਾਰਾ ਦਾ ਵਖਰੇਵਾਂ ਨਹੀਂ, ਨਾਂ ਲੈ ਦੋ, ਕੁਛ ਨਹੀਂ ਹੁੰਦਾ। ਹਾਂ ਚਲੋ ਲੈ ਦਿੰਦੇ, ਸਾਡਾ ਭਰਾ ਹੀ ਆ। ਉਹਦੇ ਆਪਦੇ ਮੈਨੂੰ ਵੀ ਇਹ ਹੈਰਾਨੀ ਹੋਈ ਬਹੁਤ ਵੀ ਆਪਦਾ ਕਿਉਂ ਉਹਨਾਂ ਨੇ ਲੱਗ ਲਾ ਲਿਆ, ਧਰਨਾ ਸ਼ੰਭੂ ਲਾ ਲਿਆ ਚਾਹੇ ਪੱਕਾ ਲਾ ਲਿਆ, ਉਹਨਾਂ ਦੀ ਆਪਦੀ ਮਤਲਬ ਮੈਨੂੰ ਆਸ ਨਹੀਂ ਸੀ ਵੀ ਇਹ ਧਰਨਾ ਲੱਗੂਗਾ, ਕਿਉਂਕਿ ਹਰ ਇੱਕ ਗੱਲ 'ਚ ਬਾਈ ਗੱਲ ਕਰਦਾ ਸੀ ਵੀ ਆਪਾਂ ਸੰਵਾਦ ਕਰਦੇ ਹਾਂ ਬਹਿ ਕੇ, ਸਿਰ ਜੋੜ ਕੇ, ਜੇ ਕੋਈ ਮਸਲਾ ਪੰਜਾਬ ਨੂੰ ਇਕੱਠੇ ਹੋ ਕੇ ਤੋਰੀਏ, ਏਕਾ ਕਰਕੇ ਤੋਰੀਏ। ਤਾਂ ਜੇ ਕੋਈ ਉਹਦੀ ਮਾੜੀ ਮੋਟੀ ਕੋਈ ਜਥੇਬੰਦੀਆਂ ਨਾਲ ਜਾਂ ਕਲਾਕਾਰ ਭਾਈਚਾਰੇ ਦਾ ਵੀ ਬਾਈ ਨੇ ਤਾਂ ਇਹ ਇਲਜ਼ਾਮ ਹੀ ਮੈਂ ਕਹਿ ਸਕਦਾ ਵੀ ਲਾਤਾ ਵੀ ਕਲਾਕਾਰਾਂ ਨੇ ਮੇਰਾ ਬਾਈਕਾਟ ਕਰਤਾ। ਕਿਸੇ ਕਲਾਕਾਰ ਨੇ ਕੋਈ ਬਾਈਕਾਟ ਨਹੀਂ ਕੀਤਾ ਜੀ, ਕਿਉਂਕਿ ਜਥੇਬੰਦੀਆਂ ਬਾਅਦ ਚੋਂ ਨੇ, ਪਹਿਲਾਂ ਸਾਡਾ ਪਰਿਵਾਰ ਆ ਇੱਕ ਇੰਡਸਟਰੀ। ਜੇ ਕੋਈ ਸਵਾਲੀਆ ਚਿੰਨ੍ਹ ਵੀ ਚੁੱਕਦਾ ਹੈ, ਹਥਿਆਰਾਂ ਵਾਲੀ ਗੱਲ ਵੀ ਆਉਂਦੀ ਆ, ਤਾਂ ਅਸੀਂ ਜਵਾਬਦੇਹ ਹੁੰਦੇ ਆ, ਚਾਹੇ ਅਸੀਂ ਚੁਕਾਏ ਜਾਂ ਨਹੀਂ ਚੁਕਾਏ। ਤੁਸੀਂ ਕਹਿੰਦੇ ਹੋ ਵੀ ਚੁਕਾਏ ਆ, ਅਸੀਂ ਕਹਿੰਦੇ ਹਾਂ ਵੀ ਨਹੀਂ ਚੁਕਾਏ, ਪਰ ਜਵਾਬਦੇਹ ਅਸੀਂ ਬਣਦੇ ਹਾਂ, ਉਹ ਇਲਜ਼ਾਮ ਆ ਸਾਡੇ ਤੇ। ਤਾਂ ਮੈਨੂੰ ਲੱਗਦਾ ਸੀ ਵੀ ਜੇ ਕੋਈ ਗੱਲਬਾਤ ਸੀਗੀ, ਅਸੀਂ ਤਾਂ ਉਹਨੂੰ ਮੂਹਰੇ ਕਰਕੇ ਤੋਰਿਆ ਹੋਇਆ ਸੀ ਵੀ ਬਾਈ ਸਾਡੇ ਵੱਲੋਂ ਤੂੰ ਹੀ ਤੁਰੇਗਾ। ਜੇ ਕੋਈ ਸੀਗੀ ਤਾਂ ਉਹ ਬਹਿ ਕੇ ਹੱਲ ਕਰ ਲੈਂਦੇ, ਕਿਉਂਕਿ ਜਦੋਂ ਤੱਕ ਆਹ ਭਾਈਚਾਰਾ, ਆਹ ਸਵਾਲ ਹੀ ਨਹੀਂ ਪੈਦਾ ਹੋਣਾ ਸੀ ਜੇ ਇਹ ਮਸਲੇ ਹੱਲ ਹੋ ਜਾਂਦੇ ਗੱਲਬਾਤ ਦੇ ਜ਼ਰੀਏ, ਤਾਂ ਅੱਜ ਅਸੀਂ ਇੱਕ ਹੋ ਕੇ ਤੁਰਦੇ। ਜਦੋਂ ਸ਼ੰਭੂ ਮੋਰਚਾ ਲੱਗ ਲੈ ਗਏ, ਉਹਨਾਂ ਦਾ ਜੋ ਮਕਸਦ ਸੀ ਉਹ ਹੁਣ ਮੈਂ ਆਉਣ ਵਾਲੇ ਦਿਨਾਂ 'ਚ ਹੀ ਪਾਣੀ ਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਲੀਅਰ ਹੋ ਗਿਆ। ਉਹਨਾਂ ਨੇ ਕੁਛ ਉਹਦੇ 'ਚੋਂ ਆਪਦੀ ਧਿਰ ਖੜੀ ਕਰਨ ਨੂੰ, ਉਹ ਸਿਆਸਤ 'ਚ ਆਉਣ ਦਾ ਉਹਨਾਂ ਦਾ ਸੀਗਾ ਵੀ ਉਹਨਾਂ ਨੇ, ਹਾਂ ਵੀ ਉਹਨਾਂ ਨੇ ਸਿਆਸਤ ਕਰਨੀ ਹੈ। ਆਈ ਥਿੰਕ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਇਹ ਮਨਸ਼ਾ ਸੀ ਵੀ ਉਹਨਾਂ ਨੇ ਇੱਕ ਆਪਦੀ ਧਿਰ ਖੜੀ ਕਰਨੀ ਹੈ। ਤਾਂ ਕਰਕੇ ਜ਼ਿਆਦਾ ਜਿਹੜੇ ਕਲਾਕਾਰ ਨੇ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਜਤਾਈ ਵੀ ਅਸੀਂ ਤਾਂ ਸਿਰਫ ਖੇਤੀਬਾੜੀ ਨਾਲ ਜੁੜੇ ਹੋਏ ਹਾਂ। ਦੇ ਵਿੱਚ ਬੈਠ ਕੇ ਦੀਪ ਸਿੱਧੂ ਹੋਰਾਂ ਨੂੰ ਬੇਨਤੀ ਹੈ ਵੀ ਦੇਖੋ, ਅਸੀਂ ਸਿਆਸਤ ਕਰੀਏ ਨਾ ਕਰੀਏ ਇਹ ਸਾਡੀ ਆਪਣੀ ਮਰਜ਼ੀ ਹੈ, ਪਰ ਜਿਨ੍ਹਾਂ ਦੇ ਲਈ ਤੁਸੀਂ ਲੋਕ ਸਭਾ ਦੀ ਚੋਣ ਦੇ ਮੌਕੇ ਗੁਰਦਾਸਪੁਰ ਦੇ ਵਿੱਚ ਪ੍ਰਚਾਰ ਕਰਦੇ ਰਹੇ ਹੋ, ਸਾਡੀ ਬੇਨਤੀ ਹੈ ਉਸ ਸੰਨੀ ਦਿਓਲ ਨੂੰ ਵੀ ਪੰਜਾਬ ਦੇ ਵਿੱਚ ਲੈ ਕੇ ਆਓ, ਜੇਕਰ ਉਹ ਤੁਹਾਡੇ ਕਹਿਣੇ 'ਚ ਆ। ਤੇ ਜੇਕਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹ ਤਾਂ ਬਹੁਤ ਭੋਲੇ ਆ, ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਹੋਰ ਬਹੁਤ ਸਾਰੇ ਲੋਕ ਇੱਥੇ ਕੰਮ ਕਰਨ ਵਾਲੇ ਹੈਗੇ ਆ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਆਪਾਂ ਠੀਕ ਹੈ, ਚਲੋ ਇਸ ਗੱਲ ਤੇ ਜਵਾਬਦੇਹ ਹੋਣਾ ਬਣਦਾ ਹੈ। ਜਿੱਥੇ ਆਪਾਂ ਕਹਿ ਦਿੰਦੇ ਆ, ਮੈਂ ਕਹਿੰਦਾ ਵੀ ਪੰਜਾਬ ਨੇ ਕੀ ਨਹੀਂ ਦਿੱਤਾ, ਚਲੋ ਠੀਕ ਹੈ, ਬੰਬੇ ਨੇ ਉਹਨਾਂ ਨੂੰ ਬੜਾ ਪੈਸਾ ਦਿੱਤਾ, ਬੜਾ ਸਭ ਕੁਝ ਦਿੱਤਾ, ਪਰ ਜਿਹੜਾ ਰੁਤਬਾ, ਜਿਹੜਾ ਇੱਜ਼ਤ, ਅਸੀਂ ਲੜ ਪੈਂਦੇ ਆ। ਜੇ ਕੋਈ ਧਰਮਿੰਦਰ ਨੂੰ ਮਾੜਾ ਕਹਿ ਦੇਵੇ, ਜੇ ਕੋਈ ਸਨੀ ਦਿਓਲ ਨੂੰ ਕੋਈ ਕਹਿ ਦੇਵੇ ਵੀ ਇਹ ਤਾਂ ਇੱਦਾਂ ਜੀ, ਅਸੀਂ ਮਤਲਬ ਸਾਡਾ ਖੂਨ ਖੌਲਦਾ। ਉਹ ਇੱਜ਼ਤ ਤੇ ਪਿਆਰ ਹੈ ਨਾ ਜੀ, ਸਾਨੂੰ ਉਹ ਆਪਣੇ ਲੱਗਦੇ ਨੇ, ਤਾਂ ਉਹਨਾਂ ਨੂੰ ਵੀ ਉਹ ਆਪਣਾਪਣ ਦਿਖਾਉਣਾ ਚਾਹੀਦਾ ਸੀ। ਠੀਕ ਹੈ, ਸਰਕਾਰਾਂ ਜਾਂ MP ਇੱਕ ਕਲਾਕਾਰ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ। ਉਹਨਾਂ ਨੂੰ ਚਾਹੇ ਉਹ ਪੰਜਾਬ ਲਈ ਕੁਝ ਵੀ ਨਾ ਕਰਦੇ, ਨਾ ਬੋਲਦੇ, ਅਸਤੀਫਾ ਹੀ ਦੇ ਦਿੰਦੇ। ਅਸੀਂ ਮੰਨ ਲੈਂਦੇ ਹਾਂ ਵੀ ਜਿਵੇਂ ਬਾਈ ਕਹਿੰਦਾ ਵੀ ਉਹਦਾ ਬਾਈ ਤਾਂ ਬਹੁਤ ਭੋਲਾ ਹੈ, ਬਾਈ ਤਾਂ ਦਿਲ ਦਾ ਬਹੁਤ ਸਾਫ਼ ਹੈ। ਜਦੋਂ ਜੇ ਬਾਈ ਭੋਲਾ ਹੈ, ਜੇ ਦਿਲ ਦਾ ਸਾਫ਼ ਹੈ,
ਚਲੋ ਨਹੀਂ ਸਾਡੇ ਹੱਕ 'ਚ ਨਹੀਂ ਆ ਸਕਦਾ, ਪਰ ਉਹਨਾਂ ਦੇ ਵੀ ਪੱਖ 'ਚ ਨਾ ਖੜੇ ਨਾ, ਜੀ। ਉਹ ਅਸਤੀਫਾ ਹੀ ਦੇ ਦਿੰਦਾ। ਸਾਨੂੰ ਐ ਹੁੰਦਾ ਵੀ ਹਾਂ ਯਾਰ ਬੰਦੇ ਨੇ ਸਟੈਂਡ ਲਿਆ, ਪੰਜਾਬੀਆਂ ਨੇ ਜੇ ਇੰਨਾ ਮਾਣ ਸਤਿਕਾਰ ਰੁਤਬਾ ਦਿੱਤਾ ਵੀ ਬੰਦਾ ਅਸਤੀਫਾ ਦੇ ਗਿਆ, ਚਲੋ ਸਾਡੇ ਪੱਖ 'ਚ ਨਹੀਂ ਆਇਆ, ਇਸ ਗੱਲ ਦਾ ਸਾਨੂੰ ਕੋਈ ਦੁੱਖ ਨਹੀਂ ਵੀ, ਪਰ ਉਹ ਸਾਡੇ ਵੈਰੀਆਂ ਨਾਲ ਵੀ ਨਹੀਂ ਖੜਿਆ, ਤਾਂ ਫਿਰ ਅਸੀਂ ਉੱਥੇ ਉਹਨੂੰ ਭੋਲਾ ਨਹੀਂ ਮੰਨਾਂਗੇ, ਅਸੀਂ ਉੱਥੇ ਚਲਾਕ ਹੀ ਮੰਨਾਂਗੇ ਵੀ ਉਹਨਾਂ ਨੇ ਸ਼ੈਤਾਨੀ ਕੀਤੀ ਹੈ, ਆਪਦਾ ਸੂਤ ਦੇਖਿਆ, ਆਪਦੀਆਂ ਫਿਲਮਾਂ ਬੀਜੇਪੀ ਨੇ ਉਹਨਾਂ ਦੀਆਂ ਬੰਦ ਕਰ ਦੇਣੀਆਂ ਸੀ ਜੇ ਉਹ ਇਸ ਗੱਲੋਂ ਨਾ ਆ ਕੇ ਐਮਪੀ ਦੀ ਚੋਣ ਲੜਦੇ। ਚਲੋ ਜੋ ਵੀ ਉਹਨਾਂ ਦਾ ਆਪਦੇ ਫੰਡੇ ਨੇ, ਪਰ ਉਹ ਪੰਜਾਬ ਦੇ ਪੱਖ 'ਚ ਤਾਂ ਨਹੀਂ ਆਏ, ਇਹ ਗੱਲ ਮਾੜੀ ਹੈ। ਪਰ ਜਿਸ ਹਿਸਾਬ ਦੇ ਨਾਲ ਪਾਟੋ ਧਾੜ ਹੁਣੇ ਹੀ ਹੋਣ ਲੱਗੀ, ਕਿਉਂਕਿ ਅੰਦੋਲਨ ਜਿਸ ਹਿਸਾਬ ਨਾਲ ਚੱਲ ਰਿਹਾ ਹੈ, ਬਾਕੀ ਸਾਰੇ ਕਲਾਕਾਰ ਇਕੱਠੇ ਹੀ ਨੇ ਜੀ। ਸ਼ੰਭੂ ਮੋਰਚਾ ਸਿਰਫ ਇੱਕ, ਆਪਾਂ ਪਾਟੋ ਧੜ ਮਤਲਬ ਬਾਕੀ ਕਲਾਕਾਰਾਂ ਨੂੰ ਇਨਵੋਲਵ ਨਾ ਕਰੀਏ, ਉੱਥੇ ਸਿਰਫ ਇੰਡਸਟਰੀ ਦਾ ਇੱਕ ਹੀ ਦੀਪ ਬਾਈ ਦਾ ਮੋਰਚਾ ਲੱਗਿਆ, ਉਹ ਲੱਗਿਆ, ਬਾਕੀ ਕਲਾਕਾਰ ਭਾਈਚਾਰਾ ਇਕੱਠਾ ਜੀ। ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਹੋਣਗੇ ਜਿਹੜੇ ਬਾਕੀਆਂ ਨੂੰ ਗਲਤ ਕਹਿੰਦੇ ਹੋਣਗੇ, ਬਹੁਤ ਸਾਰੇ ਲੋਕ ਬਾਕੀਆਂ ਦੇ ਹੱਕ 'ਚ ਹੋਣਗੇ ਜਿਹੜੇ ਉਹਨਾਂ ਨੂੰ ਗਲਤ ਕਹਿੰਦੇ ਹੋਣਗੇ। ਗੱਲ ਸਿਰਫ ਇਹ ਹੈ ਕਿ ਕਿਸਾਨੀ ਅੰਦੋਲਨ ਬਹੁਤ ਲੰਮਾ ਚੱਲਣ ਵਾਲਾ ਹੈ, ਆਪਾਂ ਸਾਰੇ ਜਾਣਦੇ ਹਾਂ, ਪਰ ਕਿਤੇ ਨਾ ਕਿਤੇ ਕਿਸਾਨੀ ਜਥੇਬੰਦੀਆਂ ਦੇ ਵਿੱਚ ਵੀ ਪਾਟੋ ਧਾੜ ਹੈ। ਆਪਾਂ ਵੇਖਦੇ ਹਾਂ ਵੀ ਦੋਵਾਂ ਦਾ ਮੂੰਹ ਦੂਜੇ ਬੰਨੇ ਹੈ ਤੇ ਬਾਕੀਆਂ ਦਾ ਦੂਜੇ ਬੰਨੇ ਹੈ, ਉਦਾਂ ਹੀ ਕਲਾਕਾਰਾਂ ਦੇ ਵਿੱਚ ਵੀ ਇਹ ਪਾਟੋ ਧਾੜ ਆ ਗਈ। ਤੇ ਕੀ ਜੇ ਅਸੀਂ ਆਪ ਹੀ ਵੰਡੇ ਗਏ ਤਾਂ ਫਿਰ ਅਸੀਂ ਮਸਲੇ ਦਾ ਹੱਲ ਕਰ ਪਾਵਾਂਗੇ? ਮੈਂ ਦੇਖੋ ਜੀ, ਮੈਂ ਇਹ ਗੱਲ ਕਹਿਣਾ ਵੀ ਠੀਕ ਹੈ, ਪੰਜਾਬ ਲਈ ਅੱਜ ਜਿਹੜਾ ਵੀ ਕਦਮ ਆਪਣੇ ਘਰੋਂ ਨਿਕਲਿਆ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਵੀ ਆਉਣਾ ਚਾਹੀਦਾ ਹਰ ਇੱਕ ਬੰਦੇ ਨੂੰ, ਚਾਹੇ ਉਹ ਖੇਤੀ ਨਾਲ ਸੰਬੰਧਿਤ ਹੈ ਚਾਹੇ ਉਹ ਨਹੀਂ ਹੈਗਾ, ਪਰ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਜੀ। ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ, ਬੈਕ ਦਾ ਐਂਡ ਵੀ ਟੀਮ ਕੰਮ ਕਰਦੀ ਆ, ਆਪਾਂ ਫਰੰਟ ਤੇ ਬੈਠੇ ਆ। ਤੁਸੀਂ 1100 ਐਪੀਸੋਡ ਕਰਤੇ 4 ਸਾਲਾਂ 'ਚ, ਅੱਜ ਮੈਂ ਆਇਆ ਇੱਥੇ, ਤੁਸੀਂ ਇੱਥੇ ਕੱਲ ਨੂੰ ਕੋਈ ਹੋਰ ਆਊਗਾ, ਤੁਸੀਂ ਇੱਥੇ 3 ਬੰਦਿਆਂ ਦੀ ਇੰਟਰਵਿਊ ਇੱਕ ਟਾਈਮ ਤੇ ਤਾਂ ਨਹੀਂ ਕਰ ਸਕਦੇ ਜੀ। ਸਟੈਪ ਬਾਈ ਸਟੈਪ ਕੰਮ ਕਰਨ ਦਾ ਇੱਕ ਤਰੀਕਾ ਹੈ। ਸੋ ਸਾਨੂੰ ਵੀ ਇਹ ਲੱਗਦਾ ਸੀ ਵੀ ਬਾਈ ਗੱਲ ਕਰਦਾ ਵੀ MSP ਤਾਂ ਕੋਈ ਮੁੱਦਾ ਹੀ ਨਹੀਂ, ਸਾਨੂੰ ਲੱਗਦਾ ਵੀ ਸਾਡਾ ਮੁੱਦਾ ਹੀ MSP ਹੈ, ਵੱਡਾ ਹੈ ਅੱਜ ਦੀ ਡੇਟ 'ਚ ਸਾਡੇ ਲਈ, ਵੀ ਕੇਂਦਰ ਸਰਕਾਰ ਨੇ ਜੇ ਬਿੱਲ ਬਣਾਉਣੇ ਵੀ ਨੇ ਤਾਂ ਉਹ ਲਿਖਤੀ ਰੂਪ 'ਚ ਸਾਨੂੰ ਦਵੇ ਵੀ ਹਾਂ MSP ਹੈ ਜਿਹੜੀ ਉਹ ਬਰਕਰਾਰ ਰਹੂਗੀ, ਵੀ ਜਿਹੜਾ MSP ਤੋਂ ਥੱਲੇ ਚੱਕੂਗਾ ਉਹਦੇ ਤੇ ਪਰਚਾ ਦਊਗੀ ਰਾਜ ਸਰਕਾਰ ਦਾ। ਤੁਹਾਡੀਆਂ ਸਾਰੀਆਂ ਗੱਲਾਂ ਠੀਕ ਆ, ਤੁਹਾਡਾ ਕੀ ਖਿਆਲ ਆ ਵੀ ਦੀਪ ਸਿੱਧੂ ਬੀਜੇਪੀ ਦੀ ਗੋਦੀ ਦੇ ਵਿੱਚ ਬੈਠ ਕੇ ਸਾਰੀਆਂ ਗੱਲਾਂ ਕਰ ਰਿਹਾ ਜਾਂ ਕੋਈ ਹੋਰ ਮਨਸ਼ਾ? ਹਰ ਬੰਦੇ ਦਾ ਇੱਕ ਅੰਦਾਜ਼ਾ ਹੁੰਦਾ, ਤੁਹਾਡਾ ਕੀ ਅੰਦਾਜ਼ਾ? ਮੈਂ ਉਹੀ ਤੁਹਾਨੂੰ ਦੱਸਣ ਲੱਗਿਆ ਜੀ, ਉਹ ਮੈਨੂੰ ਨਹੀਂ, ਇਹ ਨਹੀਂ ਮੈਂ ਕਿਸੇ ਤੇ ਇਲਜ਼ਾਮ ਲਾ ਸਕਦਾ ਵੀ ਉਹ ਬੀਜੇਪੀ ਦਾ ਬੰਦਾ ਹੈ ਜਾਂ ਉਹ ਮਤਲਬ ਜੋ ਕੁਛ ਵੀ ਕਹਿ ਲਓ, ਜਾਂ ਉਹਨਾਂ ਨੂੰ ਉਹ ਕਹਿੰਦੇ ਵੀ ਸਾਨੂੰ ਫੋਨ ਆਇਆ RSS ਦਾ ਵੀ ਉਹ RSS ਦਾ, ਇਹ ਵੀ ਇੱਕ ਹਾਸੋਹੀਣੀ ਗੱਲ ਸੀ ਮੈਨੂੰ ਤਾਂ, ਜਿੱਥੇ ਤੱਕ ਮੈਂ ਬੇਵਾਕ ਹੋ ਕੇ ਕਹਿ ਦਿੰਦਾ। ਬੜੇ ਬੰਦੇ ਪੰਜਾਬ 'ਚ ਕੰਮ ਕਰਦੇ ਆ, ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਅੱਜ ਧਰਨਾ ਲਾਇਆ ਹੋਵੇ ਤੇ ਕੱਲ ਨੂੰ ਕਿਸੇ ਨੂੰ RSS ਦਾ ਫੋਨ ਆ ਜਾਵੇ। ਜੇ ਆ ਵੀ ਜਾਂਦਾ ਤਾਂ ਮੈਨੂੰ ਲੱਗਦਾ ਫਿਰ ਦੱਸਣ ਦੀ ਕੀ ਲੋੜ ਸੀ ਨਾ, ਬਥੇਰੇ ਫੋਨ ਮੈਨੂੰ ਆਉਂਦੇ ਆ, ਬਥੇਰੇ ਫੋਨ ਮੈਨੂੰ ਦਿਨ 'ਚ 20 ਆਉਂਦੇ ਆ। ਅਸੀਂ ਇਹ ਗੱਲ ਚਾਹੁੰਦੇ ਸੀ ਵੀ ਹਰ ਇੱਕ ਕੰਮ ਠੀਕ ਹੈ, ਸਟੈਪ ਬਾਈ ਸਟੈਪ ਹੋਵੇ, ਵੀ ਪਹਿਲਾਂ ਆਪਾਂ ਓਵਰਆਲ ਤੁਸੀਂ ਦੇਖੋ ਅੱਜ ਸ਼ੰਭੂ ਮੋਰਚਾ ਨਿਕਲਿਆ ਕਿਹਦੇ ਚੋਂ ਆ ਜੀ? ਕਿਸਾਨੀ ਧਰਨੇ ਚੋਂ ਨਿਕਲਿਆ, ਕਿਸਾਨੀ ਮੋਰਚੇ ਚੋਂ ਨਿਕਲਿਆ। ਜੇ ਪੰਜਾਬ ਦਾ ਉਹਨਾਂ ਨੂੰ ਪੰਜਾਬ 'ਚ ਇਨਕਲਾਬ ਲਿਆਉਣ ਦਾ ਇੰਨਾ ਫਿਕਰ ਹੈ ਜਾਂ ਇੰਨਾ ਦਰਦ ਰੱਖਦੇ ਸੀ, ਤਾਂ ਫਿਰ ਜੇ ਅੱਜ ਤੋਂ ਸਾਲ ਪਹਿਲਾਂ ਉਹ ਨਿਕਲੇ ਹੁੰਦੇ ਘਰੋਂ, ਫਿਰ ਤਾਂ ਅਸੀਂ ਮੰਨਦੇ ਵੀ ਹਾਂ ਯਾਰ ਇਹਨਾਂ ਦਾ ਤਾਂ ਰਾਹ ਹੀ ਲੱਗ ਸੀ, ਇਹਨਾਂ ਦਾ ਤਾਂ ਟਾਰਗੇਟ ਹੀ ਵੱਖਰਾ ਸੀ, ਵੀ ਇਹ ਤਾਂ ਆਪਦਾ ਵਰਕ ਕਰ ਰਹੇ ਸੀ। ਅੱਜ ਆਪਾਂ ਨਿਕਲੇ ਕਿਸਾਨਾਂ ਚੋਂ ਆ ਤੇ ਆਪਾਂ ਕਿਸਾਨਾਂ ਦੀ ਗੱਲ ਹੀ ਨਹੀਂ ਕਰ ਰਹੇ, ਆਪਾਂ MSP ਦੀ ਗੱਲ ਹੀ ਨਹੀਂ ਕਰ ਰਹੇ, ਆਪਾਂ ਪੁਰਾਣੇ ਮਾਡਲ ਤੇ ਆ ਕੇ ਖੜ ਗਏ ਵੀ ਪੁਰਾਣਾ ਮਾਡਲ 'ਚ ਖੁਦਕੁਸ਼ੀਆਂ ਨੇ। ਪੁਰਾਣਾ ਮਾਡਲ ਤਾਂ ਉਹ ਮੰਨ ਗਏ, ਉਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ ਨਾ, ਉਹਦੇ ਲਈ ਕਲਾਕਾਰ ਜ਼ਿੰਮੇਵਾਰ ਤਾਂ ਨਹੀਂ ਹੈਗਾ। ਸਰਕਾਰਾਂ ਨਾਲੋਂ ਪਹਿਲਾਂ ਲੋਕ ਜ਼ਿੰਮੇਵਾਰ ਨੇ। ਮੈਂ ਤਾਂ ਸਿੱਧਾ ਸਪਸ਼ਟ ਤੌਰ ਤੇ ਇਹ ਗੱਲ ਕਹੂੰਗਾ, ਜਦੋਂ ਲੋਕ ਹੀ ਨਹੀਂ ਬਦਲਾਅ ਚਾਹੁੰਦੇ, ਇੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ MLA ਨੂੰ ਅਸੀਂ ਸਵਾਲ ਕਿਹੜੇ ਕਰਨੇ ਆ, MLA ਕੋਲੇ ਅਧਿਕਾਰ ਕਿਹੜੇ ਕਿਹੜੇ ਨੇ ਜਿਹੜੇ ਅਸੀਂ ਉਹਦੇ ਗਲ 'ਚ ਅੰਗੂਠਾ ਦੇ ਕੇ ਲੈ ਲਈਏ। ਕਿਤੇ ਨਾ ਕਿਤੇ ਕਸੂਰਵਾਰ ਲੋਕ ਵੀ ਨੇ, ਸਾਰੇ ਨਹੀਂ ਪਰ ਬਹੁਤੇ ਹੈਗੇ ਨੇ। ਲੋਕ ਸਵਾਲ ਨਹੀਂ ਕਰਦੇ ਤਾਂ ਕਰਕੇ ਉਹ ਜਵਾਬ ਨਹੀਂ ਦਿੰਦੇ, ਪਰ ਸਾਡੀ ਸਿਰਫ ਉੱਥੇ ਵਿਚਾਰਧਾਰਾ ਅੱਡੇ ਇਸ ਕਰਕੇ ਹੋਈ ਆ ਵੀ ਅਸੀਂ ਚਾਹੁੰਦੇ ਸੀ ਵੀ ਸਟੈਪ ਬਾਈ ਸਟੈਪ ਹੋਵੇ, ਵੀ ਪਹਿਲਾਂ ਅਸੀਂ ਇਹ ਜਿਹੜਾ ਕਿਸਾਨੀ ਸੰਘਰਸ਼ ਅਸੀਂ ਸਮਰਥਨ ਦਿੱਤਾ ਇੰਡਸਟਰੀ ਨੇ, ਤੁਸੀਂ ਆਪ ਦੇ ਕੇ ਆਏ ਹੋ। ਬਾਈ ਨੇ ਮੂਹਰੇ ਹੋ ਕੇ ਇਹ ਗੱਲ ਕਹੀ ਆ ਵੀ ਮੇਰਾ ਸਮਰਥਨ ਹੈ, ਸਾਡੀ ਇੰਡਸਟਰੀ ਵੱਲੋਂ ਸਮਰਥਨ ਹੈ, ਤੇ ਨਾ ਕੋਈ ਦੱਸੇ ਬਿਨਾਂ ਨਾ ਕੁਛ ਪੁੱਛੇ ਬਿਨਾਂ ਤੁਸੀਂ 4 ਦਿਨਾਂ ਬਾਅਦ ਆਪ ਦਾ ਧਰਨਾ ਲਾ ਦਿੰਦੇ ਹੋ। ਅਸੀਂ ਕਹਿੰਦੇ ਸੀ ਵੀ ਪਹਿਲਾਂ ਕਿਸਾਨੀ ਮੁੱਦਾ ਹੱਲ ਕਰਾ ਲਈਏ, ਪੰਜਾਬ ਦੇ ਬੜੇ ਮੁੱਦੇ ਨੇ, ਜੇ ਤੁਸੀਂ ਚੱਲੋਗੇ ਫਿਰ ਤੁਹਾਡੇ ਮੂਹਰੇ ਹੋ ਕੇ ਅਸੀਂ ਚੱਲਾਂਗੇ। ਬਟ ਉਹ ਕਹਿੰਦੇ ਸੀ ਵੀ ਅਸੀਂ ਇਸ ਸਿਸਟਮ ਨੂੰ ਹੀ ਚੇਂਜ ਕਰਨਾ ਹੈ। ਇਹ ਲੜਾਈ ਸਿਸਟਮ ਦੀ ਨਹੀਂ, ਇਹ ਲੜਾਈ ਖੇਤਾਂ ਦੀ ਹੈ। ਇੱਕ ਬੜਾ ਮਹੱਤਵਪੂਰਨ ਸਵਾਲ ਆ ਵੀ ਕਲਾਕਾਰਾਂ ਦੇ ਉੱਤੇ ਦੋਸ਼ ਲੱਗਦਾ ਵੀ ਇਹ ਸਿਰਫ ਭੀੜ ਜੀ ਦੇਖ ਕੇ ਨਾ ਤੇ ਉੱਥੇ ਚਲੇ ਜਾਂਦੇ ਆ, ਉੱਥੇ ਨਾਲ ਇਹਨਾਂ ਦੇ ਸਾਥੀ ਹੁੰਦੇ ਆ ਤੇ ਇਹ ਫੋਟੋਆਂ ਫਾਟਵਾਂ ਖਿਚਵਾ ਕੇ ਤੇ ਮੁੜੇ ਆਉਂਦੇ ਆ, ਜਦ ਕਿ ਜਿਹੜੇ ਕਲਾਕਾਰ ਆ ਉਹ ਕਹਿੰਦੇ ਵੀ ਮੁੰਡੇ ਖੁੰਡੇ ਤਾਂ ਪਹਿਲਾਂ ਹੀ ਗਏ ਹੁੰਦੇ ਫੋਟੋਆਂ ਖਿਚਵਾਉਣ ਦੇ ਲਈ। ਸੱਚੀ ਮੁੱਚੀ ਤੁਸੀਂ ਲੋਕ
ਇਹ ਨੰਬਰ ਜੇ ਬਣਾਉਣ ਲਈ ਜਾਂਦੇ ਆ ਕਿ ਸੱਚੀ ਮੁੱਚੀ ਪੀੜ ਅੰਦਰ ਇੰਨੀ ਆ ਨਹੀਂ ਵੀ ਯਾਰ ਪਹਿਲਾਂ ਟੈਣਾ ਸਾਹਿਬ ਸੌਰੀ ਮੈਂ ਕਲਾਕਾਰਾਂ ਲਈ ਏਡੀ ਕੜੱਤਣ ਕਿਉਂ ਆਂਦੇ ਨਹੀਂ ਨਹੀਂ ਕੁੜਤਨ ਨਹੀਂ ਗਈ ਕੋਈ ਤਾਂ ਚੰਗਾ ਗੁਣ ਵੀ ਹੋਊਗਾ ਨਾ ਤੁਹਾਡੇ ਚੰਗੇ ਤੇ ਵੀ ਆਊਗਾ ਅਸੀਂ ਚੰਗੇ ਗੁਣਾਂ ਦੀ ਵੀ ਗੱਲ ਕਰਾਂਗੇ। ਪਿਛਲੇ ਦਿਨੀ ਅਸੀਂ ਇੱਕ ਕਿਸਾਨ ਜਥੇਬੰਦੀ ਦੇ ਸੀਨੀਅਰ ਆਗੂ ਨਾਲ ਗੱਲ ਕੀਤੀ, ਚਲੋ ਮੈਂ ਨਾਂ ਨਸ਼ਰ ਨਹੀਂ ਕਰਦਾ, ਉਹ ਕਹਿੰਦਾ ਵੀ ਜਿਹੜੇ ਕਲਾਕਾਰਾਂ ਦਾ 70% ਹਿੱਸਾ ਉਹ ਆਉਂਦਾ ਭੀੜ ਨੂੰ ਦੇਖ ਕੇ, ਉਹਨੇ ਇਹ ਦੇਖਣਾ ਵੀ ਭਾਈ ਮੇਰੇ ਨੰਬਰ ਕਿੱਥੇ ਬਣਦੇ ਆ। ਉਹ ਕਹਿੰਦਾ ਵੀ 30% ਦੀ ਕਲਾਕਾਰ ਹੋਣਗੇ ਜਿਨ੍ਹਾਂ ਦੇ ਢਿੱਡ ਦੇ ਵਿੱਚ ਅੰਦਰ ਉਹਨਾਂ ਦੇ ਦਰਦ ਹੈਗਾ। ਸਹਿਮਤ ਹੋ ਜੀ? ਐਂ ਤਾਂ ਫਿਰ ਜਥੇਬੰਦੀਆਂ ਦਾ ਵੀ ਸੇਮ ਕੁਐਸਚਨ ਕਰ ਸਕਦੇ ਆ। ਦੇਖੋ ਇਸ ਗੱਲ ਦਾ ਜਵਾਬ ਤਾਂ ਵਕਤ ਦਊਗਾ ਵੀ ਕੋਈ ਅੱਜ ਭੀੜ ਨੂੰ ਦੇਖ ਕੇ ਆਇਆ। ਮੈਨੂੰ ਲੱਗਦਾ ਵੀ ਜੇ ਇਹ ਗੱਲ ਕਲਾਕਾਰ ਬਾਰੇ ਕਹਿ ਦਿੱਤੀ ਜਾਵੇ ਵੀ ਕਲਾਕਾਰ ਭੀੜ ਦਾ ਹੀ ਭੁੱਖਾ ਹੁੰਦਾ, ਮੈਨੂੰ ਨਹੀਂ ਲੱਗਦਾ ਵੀ ਇਸ ਚੀਜ਼ ਦੀ ਕਲਾਕਾਰ ਨੂੰ ਲੋੜ ਹੈ, ਕਿਉਂਕਿ ਕਲਾਕਾਰ ਤੇ ਰੱਬ ਦੀ ਇੰਨੀ ਰਹਿਮਤ ਹੁੰਦੀ ਹੈ ਵੀ ਜਿੱਥੇ ਹੋ ਜਾਂਦਾ ਭੀੜ ਓਬਵੀਅਸਲੀ ਹੋ ਹੀ ਜਾਂਦੀ ਹੈ। ਪਰ ਜੇ ਕੋਈ ਅੱਜ ਚੰਗੇ ਲਈ ਵੀ ਨਿਕਲੇ, ਅੱਜ ਜਦੋਂ ਇਹ ਸਵਾਲ ਮੂਹਰੇ ਆਉਂਦੇ ਜਾਂ ਜਥੇਬੰਦੀਆਂ ਵੱਲੋਂ ਵੀ ਲਾ ਲਓ, ਕੁਛ ਆਗੂ ਜ਼ਿਆਦਾਤਰ ਤਾਂ ਸਾਡੇ ਸਾਰੇ ਨਾਲ ਹੀ ਨੇ ਅੱਜ ਦੀ ਡੇਟ ਤਾਂ ਸਾਰੇ ਉਹ ਸਾਨੂੰ ਕਹਿੰਦੇ ਨੇ ਵੀ ਹਾਂ ਪ੍ਰੈਸ ਕਾਨਫਰੰਸ ਹੋਵੇ ਵੀ ਕਲਾਕਾਰ ਸਾਡੇ ਨਾਲ ਖੜੇ ਆ ਮੋਢਾ ਜੋੜ ਕੇ। ਸਾਡੀ ਜਿੱਥੇ ਰਹਿ ਗਈ ਆਪਸੀ ਗੱਲਬਾਤ ਵੀ ਅਸੀਂ ਆਪਸੀ ਅੱਡ ਹੋ ਗਏ, ਉੱਥੇ ਇਹ ਹੈ ਵੀ ਹਲੇ ਤੱਕ ਸਾਰੇ ਇਕੱਠੇ ਨੇ, ਉਸ ਵੀਰ ਨੇ ਆਪਦਾ ਲੱਗ ਲਾ ਲਿਆ। ਬਾਕੀ ਇਹ ਗੱਲ ਜਿਹੜੀ ਭੀੜ ਵਾਲੀ ਹੈ ਇਹ ਤਾਂ ਹੁਣ ਵਕਤ ਇਹਦਾ ਜਵਾਬ ਦਊਗਾ ਜੀ, ਜਦੋਂ ਜਿੱਥੇ ਤੱਕ ਵੀ ਇਹ ਜਾਊਗਾ ਤੇ ਜਾਵਾਂਗੇ। ਜਿਹੜੇ ਮੁੰਡੇ ਖੁੰਡੇ ਆਉਂਦੇ ਧਰਨਿਆਂ ਦੇ ਵਿੱਚ ਪ੍ਰਦਰਸ਼ਨਾਂ 'ਚ ਫੋਟੋਆਂ ਫਾਟਵਾਂ ਦੀਆਂ ਸਟੋਰੀਆਂ ਪਾ ਕੇ ਤੇ ਬੁੱਤਾ ਸਾਰ ਲੈਂਦੇ ਆ, ਤੁਸੀਂ ਇਸ ਗੱਲ ਦੇ ਖਿਲਾਫ ਹੋ ਕਿ ਹੱਕ ਦੇ ਵਿੱਚ? ਨਹੀਂ, ਮੈਂ ਇਸ ਗੱਲ ਦਾ ਤਾਂ ਮੈਂ ਤਾਂ ਆਪਦੇ ਉੱਥੇ ਜਿੱਥੇ ਬੋਲਣ ਦਾ ਮੈਨੂੰ ਮੌਕਾ ਮਿਲਦਾ ਮੈਂ ਤਾਂ ਸਿੱਧੇ ਤੌਰ ਤੇ ਇਹ ਗੱਲ ਬੋਲਦਾ ਵੀ ਮੈਂ ਕਾਰ ਚੋਂ ਬਾਅਦ ਚੋਂ ਪਹਿਲਾਂ ਮੇਰੇ ਨਾਲੋਂ ਪਹਿਲਾਂ ਜਿੰਨੇ ਕੁ ਲੋਕ ਉੱਥੇ 200-250 ਮੁੰਡਾ ਮੇਰੇ ਕਰਕੇ ਆਇਆ ਹੁੰਦਾ ਉਹ ਆਪਦਾ ਪਹਿਲਾਂ ਨਿਕਲ ਜਾਂਦਾ ਤੇ ਉੱਥੇ ਉਹਨਾਂ ਦਰੀਆਂ ਤੇ ਬੈਠੇ ਰਹਿ ਫੇਰ ਬਾਬੇ ਹੀ ਜਾਂਦੇ ਆ। ਇਹ ਤਰਾਸਦੀ ਹੈ। ਤੁਸੀਂ ਜੇ ਇਹ ਸੋਚ ਕੇ ਆਉਨੇ ਹੋ ਵੀ ਉੱਥੇ ਅੱਜ ਇੱਕ ਕਲਾਕਾਰ ਆਇਆ, ਕਲਾਕਾਰ ਤਾਂ ਆਪਣਾ ਪੱਕਾ ਧਰਨਾ ਲਾ ਕੇ ਬਹਿ ਜਾਊਗਾ, ਇੱਕ ਕਲਾਕਾਰ ਕਰਕੇ ਜੇ 4 ਧਰਨਿਆਂ ਤੇ ਇਕੱਠ ਹੁੰਦਾ ਤਾਂ ਉਹ ਜ਼ਿਆਦਾ ਵਧੀਆ ਗੱਲ ਹੈ। ਕਿੱਥੇ ਇੱਕ ਤੇ ਹੋਣਾ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਚੰਡੀਗੜ੍ਹ ਤੋਂ ਰੋਪੜ ਵੱਲ ਨੂੰ ਨਿਕਲ ਗਏ ਤਾਂ 4 ਬੈਰੀਅਰਾਂ ਤੇ ਅਸੀਂ 4 ਧਰਨੇ ਕੰਪਲੀਟ ਕਰਤੇ। ਕਿੱਥੇ ਅਸੀਂ ਇੱਕ ਤੇ ਬਹਿਣ ਨੂੰ ਕਲਾਕਾਰ ਕੱਲਾ ਪਰਮਾਨੈਂਟ ਵੀ ਬਹਿ ਸਕਦਾ, ਕੋਈ ਵੱਡੀ ਗੱਲ ਨਹੀਂ, ਪਰ ਚਲੋ ਲੋਕ ਜੁੜਦੇ ਆ, ਜਥੇਬੰਦੀਆਂ ਨੇ ਡਿਊਟੀ ਲਾਈ ਹੋਈ ਆ। ਨੌਜਵਾਨੀ ਦੀ ਇਹ ਤਰਾਸਦੀ ਹੈ, ਮੈਨੂੰ ਵੀ ਇਸ ਗੱਲ ਦਾ ਦੁੱਖ ਹੈ। ਚਲੋ ਸਾਰੇ ਮੇਰੇ ਸਮਕਾਲੀ ਨੇ, ਮੇਰੇ ਛੋਟੇ ਵੱਡੇ ਭਰਾ ਨੇ, ਪਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਹੀ ਬੇਨਤੀ ਕਰਦਾ ਵੀ ਕੱਲਾ ਤੁਸੀਂ ਇਸ ਲੜਾਈ ਨੂੰ ਉੱਥੇ ਤੱਕ ਸੀਮਤ ਨਾ ਰੱਖੋ ਵੀ ਕਲਾਕਾਰ ਆ ਗਿਆ ਉਹਨੇ ਕੀ ਕਿਹਾ, ਉਹਦੇ ਨਾਲ ਜੇ ਦਾ ਲੱਗ ਗਿਆ ਫੋਟੋ ਕਰਵਾਈ ਤੇ ਉਦੋਂ ਬਾਅਦ ਚ ਗੱਡੀ 'ਚ ਬੈਠਾ ਉਹ, ਤੇ ਉਦੋਂ ਪਹਿਲਾਂ ਮੋਟਰਸਾਈਕਲ ਆਪਾਂ ਪਿੰਡ ਨੂੰ ਖਿੱਚਤਾ। ਸੰਜੀਦਾ ਹੋ ਕੇ ਸਮਝਣ ਦੀ ਲੋੜ ਹੈ ਵੀ ਇਹ ਮਾਰ ਸਰਕਾਰ ਕਿੱਥੇ ਤੁਹਾਡੇ ਬਜ਼ੁਰਗਾਂ ਨੇ ਜਿਹੜੇ ਦਰੀਆਂ ਦੇ ਬੈਠੇ ਨੇ ਉਹਨਾਂ ਨੇ ਤਾਂ ਆਪਦੀ ਉਮਰ ਹੰਢਾ ਲਈ, ਇਹ ਤੁਹਾਡੇ ਫਿਊਚਰ ਦੀ ਲੜਾਈ ਹੈ ਤਾਂ ਆਉਣਾ ਉਹਨਾਂ ਨੂੰ ਚਾਹੀਦਾ। ਪਰ ਬਹੁਤ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਬਹੁਤ ਹੱਦ ਤੱਕ ਲੋਕ ਨਿਕਲੇ ਵੀ ਆ 2 ਮਹੀਨਿਆਂ 'ਚ, ਚਾਹੇ ਕਲਾਕਾਰਾਂ ਨੂੰ ਜਿਵੇਂ ਮਰਜ਼ੀ ਆਪਾਂ ਕਹਿ ਦਈਏ, ਕਲਾਕਾਰਾਂ ਨੇ ਲੋਕਾਂ ਨੂੰ ਮੁੰਡਿਆਂ ਨੂੰ ਘਰੋਂ ਬਾਹਰ ਕੱਢਿਆ, ਪਰ ਮੈਨੂੰ ਲੱਗਦਾ ਹੌਲੀ ਹੌਲੀ ਸਮਝ ਜਾਣਗੇ। ਇੱਕ ਗੱਲ ਇੱਥੇ ਹੋਰ ਜੁੜਦੀ ਹੈ ਜੀ, ਜਦੋਂ ਅਸੀਂ ਇਹ ਸ਼ੁਰੂ ਕੀਤਾ ਨੌਜਵਾਨ ਵਰਗ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਸਾਨੂੰ ਮੈਸੇਜਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂ ਉਦਾਂ ਵੀ ਇਕੱਠਾਂ 'ਚ ਵੀ ਇਹ ਗੱਲ ਕਹਿੰਦਾ ਸੀ ਵੀ ਬਾਈ ਇੱਥੇ ਕੁਛ ਨਹੀਂ ਬਣਨਾ, ਆਪਾਂ ਦਿੱਲੀ ਚੱਲੀਏ, ਵੀ ਇੱਥੇ ਧਰਨੇ ਲਾ ਕੇ ਕੁਛ ਨਹੀਂ ਹੋਣਾ। ਅਸੀਂ ਵੀ ਉਹਦੇ ਹੱਕ 'ਚ ਸੀ, ਪਰ ਅਸੀਂ ਆਪ ਦਾ ਡਿਸੀਜ਼ਨ ਲੈ ਨਹੀਂ ਸਕਦੇ ਸੀ ਵੀ ਅਸੀਂ ਦਿੱਲੀ ਜਾਈਏ, ਕਿਉਂਕਿ ਜੇ ਜਥੇਬੰਦੀਆਂ ਤੋਂ ਬਾਹਰ ਹੋ ਕੇ ਚੱਲਦੇ ਹਾਂ ਤਾਂ ਵੀ ਰੌਲਾ। ਫਿਰ ਉਹ ਕਹਿੰਦੇ ਨੇ ਸਾਡਾ ਭਾਈ ਖੇਡ ਖਰਾਬ ਕਰਦੇ ਆ ਮੁੰਡੇ, ਇਹ ਅਸੀਂ ਲੜਦੇ ਆਉਂਦੇ ਹਾਂ, ਸਾਨੂੰ ਤਜਰਬਾ, ਇਹ ਕੱਲ ਉੱਠੇ ਆ। ਹੁਣ ਦਿੱਲੀ ਜਾਣ ਦਾ ਵੇਲਾ ਵੀ ਆ ਗਿਆ ਤੇ ਮੈਂ ਹੁਣ ਤੁਹਾਡੇ ਚੈਨਲ ਦੇ ਜ਼ਰੀਏ ਇਹ ਵੀ ਅਪੀਲ ਕਰਦਾ ਵੀ ਹੁਣ ਜਿਹੜੇ ਮੈਨੂੰ ਮੈਸੇਜ ਕਰਦੇ ਸੀ ਜਾਂ ਬਾਕੀਆਂ ਨੂੰ ਮੈਸੇਜ ਕਰਦੇ ਸੀ, ਤਾਂ ਹੁਣ ਆਪਾਂ ਦਿੱਲੀ ਚੱਲੀਏ ਰਲ ਕੇ 26-27 ਤਰੀਕ ਨੂੰ। ਕੱਲਾ ਜਾਣ ਨਾਲ ਹੀ ਮਸਲਾ ਹੱਲ ਨਹੀਂ ਹੋਣਾ, ਜੇ ਉੱਥੇ ਦਿੱਲੀ ਰਹਿਣਾ ਵੀ ਪੈ ਗਿਆ ਤਾਂ ਸਾਨੂੰ ਉੱਥੇ ਹਫ਼ਤਾ 10-10 ਦਿਨ ਲਾਉਣੇ ਵੀ ਪਏ, 20 ਦਿਨ ਲਾਉਣੇ ਪਏ, ਤਾਂ ਉਨੀ ਕੁ ਤਿਆਰੀ ਨਾਲ ਜਾਈਏ ਤੇ ਉੱਥੇ ਪਰਮਾਨੈਂਟ ਰਹੀਏ ਜਾ ਕੇ। ਬਿਲਕੁਲ ਠੀਕ ਹੈ, ਗੱਲ ਤੁਹਾਡੀ ਬਹੁਤ ਵਧੀਆ। ਆਪਾਂ ਵਾਰ-ਵਾਰ ਇਹ ਗੱਲ ਕਰ ਰਹੇ ਹਾਂ ਕਿ ਇਕੱਠ ਕਰਨਾ, ਤੁਹਾਨੂੰ ਲੱਗਦਾ ਹੈ ਕਿ ਗਿਣਤੀ ਵਧਾ ਲੈਣ ਦੇ ਨਾਲ, ਕੱਲਾ ਇਕੱਠ ਵਧਾ ਲੈਣ ਦੇ ਨਾਲ ਵੀ ਜਿਹੜਾ ਮਸਲਾ ਉਹ ਹੱਲ ਹੋਇਆ? ਕਿਉਂਕਿ ਬਹੁਤ ਸਾਰੇ ਲੋਕ ਅਸੀਂ ਜਦੋਂ ਵਿਚਰਦੇ ਹਾਂ, ਅਸੀਂ ਜੋ ਵੇਖਦੇ ਹਾਂ, ਬਹੁਤ ਸਾਰੀ ਨੌਜਵਾਨ ਪੀੜ੍ਹੀ ਇਹੋ ਜਿਹੀ ਵੀ ਹੈ ਜਿਨ੍ਹਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੈ ਕਿ ਇਸ ਬਿੱਲ ਦੇ ਵਿੱਚ ਕੀ ਹੈ, ਕੀ ਹੋਣਾ ਚਾਹੀਦਾ, ਅਸੀਂ ਕਿਹੜੀ ਗੱਲ ਕਰਨੀ ਹੈ ਤੇ ਲੜਨਾ ਕਾਹਦੇ ਲਈ ਹੈ। ਦੇਖੋ ਆਪਾਂ ਇਹ ਤਾਂ ਕਹਿ ਰਹੇ ਹਾਂ ਵੀ ਲੜੀਏ, ਪਰ ਲੜਨਾ ਕਿੱਦਾਂ ਤੇ ਕਾਹਦੇ ਲਈ ਹੈ ਇਹ ਬਹੁਤਿਆਂ ਨੂੰ ਨਹੀਂ ਪਤਾ। ਸੋ ਕੱਲਾ ਇਕੱਠ ਕਰ ਲੈਣਾ ਕੀ ਕਾਫੀ ਹੈ? ਇਸ ਗੱਲ ਦਾ ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ। ਜਦੋਂ ਸਟਾਰਟਿੰਗ 'ਚ ਅਸੀਂ ਸ਼ੁਰੂ ਕੀਤਾ ਨਾ ਜੀ, ਜਿਹੜੇ ਬਿੱਲ ਵੀ ਅੰਗਰੇਜ਼ੀ 'ਚ ਆਏ, ਪਹਿਲੀ ਤਾਂ ਗੱਲ ਹੈ ਵੀ ਮੈਂ ਵੀ ਉਹਨਾਂ ਪੰਜਾਬੀਆਂ ਦੇ ਵਿੱਚ ਹੀ ਆਉਣਾ ਵੀ ਸਾਡਾ ਸਾਰਿਆਂ ਦਾ ਅੰਗਰੇਜ਼ੀ 'ਚ ਹੱਥ ਉੱਦਾਂ ਹੀ ਤੰਗ ਹੁੰਦਾ। ਅਸੀਂ ਕੀ ਕੀਤਾ ਨਾ, ਬਿੱਲਾਂ ਦੀਆਂ ਨਾ ਜੀ ਕਾਪੀਆਂ ਬਣਾਤੀਆਂ ਪੰਜਾਬੀ 'ਚ, ਇਕੱਲੇ ਅਸੀਂ ਨਹੀਂ ਬਣਾਈਆਂ, ਬਹੁਤ ਬੰਦੇ ਹੋਰ ਵੀ ਆ ਜਿਨ੍ਹਾਂ ਨੇ ਬਣਾਈਆਂ। ਇਹ ਹੁਣ ਜਿਹੜੇ ਪੈਂਫਲੇਟ ਬਣਾ ਕੇ ਅਸੀਂ ਲੋਕਾਂ ਨੂੰ ਵੰਡਣੇ ਸ਼ੁਰੂ ਕੀਤੇ ਵੀ ਤੁਸੀਂ ਪੰਜਾਬੀ 'ਚ ਪੜ੍ਹੋ, ਹੋ ਸਕਦਾ ਪੜ੍ਹ ਕੇ ਤੁਹਾਨੂੰ ਲੱਗੇ ਪਤਾ ਵੀ ਇਹਦੇ 'ਚ ਅਸਲ ਗੱਲ ਕੀ ਹੈ, ਸਾਡੇ ਨਾਲ ਹੋਣਾ ਕੀ ਹੈ। ਜਿਹੜਾ ਪਹਿਲਾ ਮਹੀਨਾ ਸੀਗਾ ਸਾਨੂੰ ਲੋਕਾਂ ਨੂੰ ਘਰੋਂ ਬਾਹਰ ਕੱਢਣ ਦਾ ਹੀ ਲੱਗ ਗਿਆ
ਨੌਜਵਾਨਾਂ ਨੂੰ। ਜੀ। ਭੀੜ ਸਾਡੇ ਲਈ ਉਦੋਂ ਮਹੱਤਵਪੂਰਨ ਤਾਂ ਸੀ ਵੀ ਜਿੰਨੀ ਭੀੜ ਵੱਧ ਹੋਊਗੀ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ, ਅਸੀਂ ਜੀ। ਉਹਨਾਂ ਨੂੰ ਦੱਸ ਸਕਦੇ ਹਾਂ, ਕਿਉਂਕਿ ਓਵਰਆਲ ਜਿੰਨੇ ਵੀ ਬੁਲਾਰੇ ਨੇ ਜੀ ਸਾਰੇ ਬੋਲਣ ਤਾਂ ਉੱਥੇ ਕਿਸਾਨੀ ਮੁੱਦਿਆਂ ਤੇ ਹੀ ਗਏ ਆ ਤੇ ਦੱਸਣ ਗਏ ਆ ਵੀ ਭਾਈ ਆਹ 3 ਬਿੱਲ ਨੇ, ਆਹ ਇਹਨਾਂ ਦੇ ਨੁਕਸਾਨ ਨੇ, ਆਉਣ ਵਾਲੇ ਸਮੇਂ 'ਚ ਇਦਾਂ ਹੋਣਾ। ਪਰ ਜਿੱਥੇ ਕਿਤੇ ਲੋਕਾਂ ਨੂੰ ਆਪ ਚਾਹੀਦਾ ਸੀਗਾ ਇੰਨੀ ਜੀ। ਅਵੇਅਰਨੈਸ ਵੀ ਇਹ ਬਿੱਲ ਆ ਗਏ, ਕਿਤੇ ਨਾ ਕਿਤੇ ਇਹ ਲਹਿਰ ਮੈਨੂੰ ਲੱਗਦਾ ਵੀ ਕਲਾਕਾਰਾਂ ਕਰਕੇ, ਚਲੋ ਮੈਂ ਆਪਦੇ ਮੂੰਹੋਂ ਨਹੀਂ ਕਹਿੰਦਾ, ਪਰ ਮੈਨੂੰ ਜੇ ਮੈਂ ਕਲਾਕਾਰ ਨਾ ਹੁੰਦਾ ਤਾਂ ਜੇ ਮੈਂ ਦੇਖਦਾ ਤਾਂ ਇੱਕ ਵੱਡੀ ਹੋਈ ਆ ਉਹਨਾਂ ਨਾਲ, ਨੌਜਵਾਨੀ ਕਲਾਕਾਰਾਂ ਨਾਲ ਜੁੜਦੀ ਹੈ ਤੇ ਨੌਜਵਾਨੀ ਆਈ ਹੈ ਬਾਹਰ। ਜਿੱਥੇ ਤਾਂ ਲੋਕਾਂ ਨੂੰ ਇਹ ਆਪ ਚਾਹੀਦਾ ਸੀ ਨੌਜਵਾਨ ਵੀਰਾਂ ਨੂੰ ਵੀ ਅੱਗੇ ਆ ਕੇ ਜ਼ਿੰਮੇਵਾਰੀ ਸਾਂਭਣ, ਚਲੋ ਅਸੀਂ ਸਰਕਾਰਾਂ ਨੂੰ ਚਾਹੀਦਾ ਸੀ, ਉਹ ਫਰਜ਼ ਅਸੀਂ ਨਿਭਾਇਆ। ਪਹਿਲਾ ਮਹੀਨਾ ਸਾਡਾ ਇਹ ਗੱਲ ਦੱਸਣ ਨੂੰ ਹੀ ਲੱਗ ਗਿਆ ਵੀ ਇਹ ਬਿੱਲ ਆਏ ਨੇ, ਵੀ ਭਾਈ ਕੋਈ ਬਿੱਲ ਪੰਜਾਬ 'ਚ ਆਏ ਨੇ, ਚਾਹੇ ਉਹ ਰੈਲੀਆਂ ਦੇ ਰੂਪ 'ਚ, ਚਾਹੇ ਉਹ ਟਰੈਕਟਰ ਰੈਲੀਆਂ ਬਾਹਰ ਕੱਢੇ, ਲੋਕਾਂ ਨੂੰ ਦੱਸਿਆ। ਹੁਣ ਲੋਕਾਂ ਨੂੰ ਮੈਨੂੰ ਲੱਗਦਾ ਵੀ ਪੰਜਾਬ ਦੇ ਹਰ ਇੱਕ ਚੁੱਲ੍ਹੇ ਤੇ ਇਹ ਗੱਲ ਹੁੰਦੀ ਆ ਵੀ ਇਹ ਬਿੱਲ ਆ ਗਏ ਤੇ ਸਾਡੀ ਅਗਲੀ ਰਣਨੀਤੀ ਕੀ ਆ। ਜਥੇਬੰਦੀਆਂ ਦਾ ਸਭ ਨੂੰ ਪਤਾ ਲੱਗ ਗਿਆ, ਮੇਰੇ ਜਿਵੇਂ ਬਹੁਤੇ ਲੋਕਾਂ ਨੂੰ ਨਹੀਂ ਪਤਾ ਸੀ ਵੀ ਪੰਜਾਬ 'ਚ ਜਥੇਬੰਦੀਆਂ ਨਾਂ ਦੀ ਵੀ ਕੋਈ ਚੀਜ਼ ਆ, ਬਹੁਤ ਘੱਟ ਲੋਕ ਸੀ। ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਜਥੇਬੰਦੀਆਂ ਸਾਡੀ ਲੜਾਈ ਲੜਦੀਆਂ ਨੇ ਤੇ ਕਲਾਕਾਰ ਉਹਨਾਂ ਦੇ ਨਾਲ ਨੇ। ਸਿੱਧੀ ਸਿੱਧੀ ਮੋਟੀ ਭਾਸ਼ਾ 'ਚ ਇਹ ਗੱਲ ਉਹਨਾਂ ਦੇ ਸਮਝ ਆ ਗਈ। ਹੁਣ ਜਿਹੜੀ ਅਗਲੀ ਰਣਨੀਤੀ ਹੈ, ਇਕੱਠ ਕਰਨਾ ਉੱਥੇ ਤਾਂ ਜ਼ਰੂਰੀ ਸੀ ਵੀ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਤੇ ਉਹ ਅੱਗੇ ਦੱਸ ਸਕਣ। ਹੁਣ ਜਿਹੜੀ ਅਗਲੀ ਰਣਨੀਤੀ ਹੈ, ਮੈਨੂੰ ਲੱਗਦਾ ਵੀ ਉਹ ਉੱਥੇ ਸਾਡਾ ਤਾਂ ਕੋਈ ਕਿੰਤੂ ਕਰਨਾ ਵਾਜਬ ਨਹੀਂ, ਉੱਥੇ ਵੱਡੇ ਲੋਕ ਬੈਠੇ ਆ, ਸਰਕਾਰਾਂ ਦਾ ਮਸਲਾ ਹੈ ਜਾਂ ਜਥੇਬੰਦੀਆਂ ਜੋ ਵੀ ਡਿਸੀਜ਼ਨ ਲੈਣਗੀਆਂ। ਹੁਣ ਤਾਂ ਮੈਨੂੰ ਲੱਗਦਾ ਓਵਰਆਲ ਹਿੰਦੂ ਭਾਰਤ ਦੀਆਂ ਹੀ ਜਥੇਬੰਦੀਆਂ ਜੁੜ ਗਈਆਂ, ਜਿਹੜੀਆਂ 26-27 ਤਰੀਕ ਦੀ ਦਿੱਲੀ ਦੀ ਕਾਲ ਹੈ, ਉੱਥੇ ਸਾਰਿਆਂ ਨੇ ਰਲ ਕੇ ਇਕੱਠਿਆਂ ਨਹੀਂ ਬਾਈ ਜੀ ਇੱਕ ਗੱਲ ਦੱਸੋ ਕਿ ਕਿਸਾਨੀ ਨੂੰ ਮਾਰਨ ਦੇ ਲਈ, ਜਾਂ ਕਹਿ ਦਈਏ ਜਿਵੇਂ ਆਪਾਂ ਕਿਸਾਨੀ ਨੂੰ ਜੱਟ ਸ਼ਬਦ ਨਾਲ ਜੋੜ ਕੇ ਦੇਖਦੇ ਹਾਂ, ਜੱਟਾਂ ਨੂੰ ਮਾਰਨ ਦੇ ਲਈ, ਕਿਸਾਨੀ ਨੂੰ ਮਾਰਨ ਵਾਸਤੇ ਸਰਕਾਰਾਂ ਤਾਂ ਜ਼ਿੰਮੇਵਾਰ ਹੈਗੀਆਂ, ਕੁਦਰਤ ਦੀ ਮਾਰ ਵੀ ਜ਼ਿੰਮੇਵਾਰ ਆ, ਮਾੜੇ ਮੰਡੀਕਰਨ ਦੇ ਸਿਸਟਮ ਵੀ ਜ਼ਿੰਮੇਵਾਰ ਆ, ਸਵਾਮੀਨਾਥਨ ਫਾਰਮੂਲਾ ਲਾਗੂ ਨਹੀਂ ਹੋਇਆ ਇਹ ਗੱਲ ਵੀ ਜ਼ਿੰਮੇਵਾਰ ਆ, ਬਹੁਤ ਸਾਰੀਆਂ ਗੱਲਾਂ ਹੋਰ ਵੀ ਹੈਗੀਆਂ। ਉਹ ਖੇਤੀ ਕਰਮਾ ਸੇਤੀ ਵਾਲੀ ਗੱਲ ਬਣੀ ਪਈ ਆ। ਤੁਸੀਂ ਮੰਨਦੇ ਹੋ ਕਿ ਕਲਾਕਾਰਾਂ ਦਾ ਵੱਡਾ ਹਿੱਸਾ ਜਿਹੜਾ ਉਹਨੇ ਵੀ ਕਿਸਾਨੀ ਦਾ, ਜੱਟਾਂ ਦੇ ਪੁੱਤਾਂ ਦਾ ਬਹੁਤ ਨੁਕਸਾਨ ਕੀਤਾ। ਇਹ ਕਹਿੰਦੇ ਵੀ ਡੱਬ ਦੇ ਵਿੱਚ ਬੰਦੂਕ ਦਾ ਬੱਚਾ ਤੁੰਨ ਲਓ, ਇਹ ਵੱਟ ਤੇ ਗੇੜੇ ਕੱਢਦੇ ਫਿਰ ਉਹ ਜਾਉਣਾ ਮੋੜ ਬਣ ਜਾਓ। ਇਹ ਕਹਿੰਦੇ ਜੀ ਵੀ ਭਾਈ ਆਪਾਂ ਤਾਂ 25 ਕਿੱਲਿਆਂ ਦੇ ਮਾਲਕ ਆ ਤੇ ਐਂ ਕਰ ਦਈਦਾ, ਆਪਾਂ ਉਹ ਕਰ ਦਈਦਾ। ਇਹ ਗੱਲਾਂ ਵੀ ਕਸੂਰਵਾਰ ਹੈਗੀਆਂ ਕਿ ਨਹੀਂ? ਕਿਸੇ ਹੱਦ ਤੱਕ ਆਪਾਂ ਮੰਨ ਸਕਦੇ ਹਾਂ, ਪਰ ਦੇਖੋ ਜਿਵੇਂ ਦਾ ਸਮਾਜ ਹੁੰਦਾ ਉਵੇਂ ਦਾ ਹੀ ਹੁਣ ਚੱਲ ਰਹੇ ਆ ਨਾ ਜੀ ਸਾਰੇ। ਤੁਸੀਂ ਸੰਘਰਸ਼ਾਂ ਤੇ ਜਾਓ, ਤੁਸੀਂ ਉਹਨਾਂ ਨੌਜਵਾਨਾਂ ਦੇ ਟਰੈਕਟਰਾਂ ਤੇ ਤੁਹਾਨੂੰ ਕਿਸਾਨੀ ਵਾਲੇ ਗੀਤ ਸੁਣਨ ਨੂੰ ਮਿਲਣਗੇ। ਜਿਹੜੇ ਨਵੇਂ ਮੁੰਡੇ ਵੀ ਆ ਰਹੇ ਆ ਸਾਡੀ ਲਾਈਨ ਦੇ ਵਿੱਚ, ਉਹ ਵੀ ਹੁਣ ਕਿਸਾਨੀ ਵਾਲੇ ਗਾਣੇ ਕੱਢ ਰਹੇ ਆ। ਉਹਦਾ ਕਾਰਨ ਕੀ ਆ? ਕਿਉਂਕਿ ਸਮਾਜ ਉਵੇਂ ਦਾ ਹੋ ਗਿਆ। ਅੱਜ ਪੰਜਾਬ ਦੇ ਹਰ ਇੱਕ ਘਰ 'ਚ ਕਿਸਾਨੀ ਦੀ ਗੱਲ ਹੋ ਰਹੀ ਹੈ, ਹਰ ਇੱਕ ਚੁੱਲ੍ਹੇ ਤੇ ਕਿਸਾਨੀ ਦਾ ਹੀ ਮੁੱਦਾ। ਚਾਹੇ ਸਾਡੀਆਂ ਬੀਬੀਆਂ ਪੜ੍ਹੀਆਂ ਨੇ ਨਹੀਂ ਪੜ੍ਹੀਆਂ, ਪਰ ਉਹ ਮੋਦੀ ਨੂੰ ਗਾਲਾਂ ਕੱਢਦੀਆਂ ਨੇ ਸ਼ਾਮ ਤੱਕ। ਤਾਂ ਸਾਡੇ ਗਾਣੇ ਵੀ ਉੱਦਾਂ ਦੇ ਹੋ ਗਏ। ਪੂਰੇ ਪੰਜਾਬ 'ਚ ਇੱਕ ਲਹਿਰ ਉੱਠੀ ਹੈ, ਲਹਿਰ ਦੇ ਨਾਲ ਸਾਡੇ ਗਾਣੇ ਵੀ ਉੱਦਾਂ ਦੇ ਹੋ ਗਏ। ਬਾਕੀ ਤੁਸੀਂ ਸਾਰੀਆਂ ਗੱਲਾਂ ਤੁਸੀਂ ਜਾਇਜ਼, ਮੈਂ ਵੀ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹਾਂ, ਬਾਕੀ ਤੁਸੀਂ ਸਾਰਿਆਂ ਦਾ ਨਾਂ ਲੈਤਾ, ਪਰ ਜਿਹੜਾ ਜ਼ਿੰਮੇਵਾਰ ਵੱਡੇ ਪੱਧਰ ਤੇ ਮੈਨੂੰ ਲੱਗਦਾ ਆਪ ਵੀ ਹੈ। ਜੱਟ ਨੂੰ ਡੋਬਣ ਦੇ ਵਿੱਚ ਜੱਟ ਹੀ ਬਹੁਤ ਵੱਡਾ ਜ਼ਿੰਮੇਦਾਰ ਹੈ, ਕੋਈ ਸ਼ੱਕ ਨਹੀਂ। ਤੁਸੀਂ ਉਹਦਾ ਵੀ ਨਾਲ ਨਾਂ ਰੱਖਿਆ ਕਰੋ। ਵੀ ਆਪਾਂ ਕਹਿ ਦਿੰਦੇ ਆ ਵੀ ਲੀਡਰ ਨੇ ਜਿਹੜੇ ਉਹ ਲੁੱਟ ਕੇ ਖਾ ਗਏ, ਸਰਕਾਰਾਂ ਲੁੱਟ ਕੇ। ਬਾਈ ਜੀ ਮੈਨੂੰ ਇਹ ਲੱਗਦਾ ਵੀ ਪਹਿਲੀ ਗਲਤੀ ਹੈ ਜਿਹੜੀ ਉਹ ਲੋਕਾਂ ਦੀ ਹੀ ਆ, ਦੂਜੀ ਗਲਤੀ ਲੀਡਰਾਂ ਦੀ ਆ ਜਾਂ ਦੂਜੀ ਗਲਤੀ ਕਲਾਕਾਰਾਂ ਦੀ ਆ। ਮੇਰੇ ਵਰਗਾ ਕਲਾਕਾਰ ਜੇ ਕੋਈ ਡੱਬ ਝਸਲੇ ਵਾਲੇ ਗਾਣੇ ਗਾਉਂਦਾ ਜਾਂ ਕੋਈ ਚੱਕਵੇਂ ਗਾਣੇ ਗਾਉਂਦਾ, ਤਾਂ ਫਿਰ ਕੋਈ ਜਥੇਬੰਦੀਆਂ ਇਦਾਂ ਦੀਆਂ ਸਮਾਜ 'ਚ ਬਣਾਓ ਨਾ, ਵੀ ਲਾਓ ਉਹਦੇ ਘਰ ਦੇ ਮੂਹਰੇ ਧਰਨਾ, ਜਾਂ ਉਹਨੂੰ ਬੁਲਾਓ ਹੀ ਨਾ ਤੁਸੀਂ। ਜਿਹੜੇ ਲੋਕ ਚੰਗੀ ਗਾਇਕੀ ਗਾਉਂਦੇ ਆ ਜਾਂ ਚੰਗਾ ਸੁਣਦੇ ਆ, ਉਹਨਾਂ ਨੂੰ ਤੁਸੀਂ ਐਪਰੀਸ਼ੀਏਟ ਹੀ ਇੰਨਾ ਜ਼ਿਆਦਾ ਕਰ ਦਿਓ, ਇੰਨਾ ਜ਼ਿਆਦਾ ਉਹਨਾਂ ਨੂੰ ਹੁੰਗਾਰਾ ਦੇ ਦਿਓ, ਤਾਂ ਲੋਕ ਸਾਡੇ ਵਰਗੇ ਵੀ ਇਹ ਸੋਚਣ। ਮੈਂ ਤਾਂ ਚਲੋ ਆਪ ਦੀ ਗੱਲ ਕਰਾਂ, ਮੈਂ ਕਦੇ ਕੋਈ ਉੱਦਾਂ ਦੀ ਗਾਇਕੀ ਗਾਈ ਨਹੀਂ। ਮੈਂ ਪਿੰਡਾਂ ਨਾਲ ਰਿਲੇਟਡ ਗੀਤ ਜ਼ਰੂਰ ਗਾਏ ਆ, ਜਿਹੜੇ ਸਾਡੇ ਪੇਂਡੂ ਸੱਭਿਆਚਾਰ ਨਾਲ ਜੁੜੇ ਹੋਏ ਆ, ਪਿਛਲੇ ਨਵੇਂ ਤਰੀਕੇ ਨਾਲ ਗਾਏ ਆ, ਪਰ ਉਵੇਂ ਕੋਈ ਚੱਕ ਲੋ ਧਰ ਲੋ ਵਾਲਾ ਨਹੀਂ, ਕੋਈ ਬਾਹਲਾ ਜਿਹਨੂੰ ਕਹਿ ਦਈਏ ਵੀ ਟਰੈਕ ਤੋਂ ਹਟ ਕੇ। ਤੁਹਾਡਾ ਨੋਜ਼ ਪਿੰਨ ਵੀ ਸੁਣ ਲਿਆ ਹੁਣ ਜੀ। ਚਲੋ ਧੰਨਵਾਦ। ਤੇਰਾ ਫੈਨ ਛੋਟੀ ਵਾਲੇ ਤਿਲ ਦਾ, ਪਤਲੇ ਜੇ ਲੱਕ ਦਾ, ਤੇਰੀ ਨੋਜ਼ ਪਿੰਨ ਦਾ, ਉਹ ਧੁੰਨੀ ਵੀ ਵਿਖਾਈਏ ਕੁੜੀ ਦੀ, ਤੁਸੀਂ ਨੱਚਦੀ ਆ ਉਹ ਸੰਘੇੜੇ ਨੇ ਦਿਖਾਈ ਆ। ਜਦੋਂ ਸੁੱਖ ਤੁਹਾਡੇ ਨਾਲ ਇੰਟਰਵਿਊ ਕਰੂਗਾ ਉਹ ਫਾਰਮੂਲਾ ਉਹਦਾ ਜੀ, ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਵੀ ਉਹਨੇ ਕਿਵੇਂ ਕੁ ਦਿਖਾਈ ਆ। ਪਰ ਚਲੋ ਇਹ ਵੀ ਸਮਾਜ ਦਾ ਹਿੱਸਾ ਹੀ ਆ। ਧੁੰਨੀ ਅਸੀਂ ਗਾਣੇ 'ਚ ਦਿਖਾਈ ਹੈ। ਹੁਣ ਜਿਹੜੀਆਂ ਜਿਵੇਂ ਮੰਨ ਲਓ ਜ਼ਿਮੀਂਦਾਰ ਪਰਿਵਾਰਾਂ 'ਚੋਂ ਇੱਕ ਫੈਸ਼ਨ ਆ, ਜੇ ਹੁਣ ਅਸੀਂ ਕਹਿ ਦਈਏ ਵੀ ਉਹ ਲੋਕ ਬਾਹਰਲਿਆਂ ਮੁਲਕਾਂ 'ਚ ਰਹਿੰਦੇ ਆ, ਤਾਂ ਉਹ ਵੀ ਉੱਦਾਂ ਦੇ ਹੀ ਲਿਬਾਸ ਨੂੰ ਅਪਣਾ ਲੈਂਦੇ ਆ। ਬਾਹਰਲਿਆਂ ਮੁਲਕਾਂ 'ਚ ਜੈਸਾ ਦੇਸ਼ ਵੈਸਾ ਭੇਸ ਜਿਹਨੂੰ ਕਹਿ ਦਈਏ, ਇਹ ਇੱਕ ਸਮੇਂ ਦਾ ਬਦਲਾਅ ਆ ਜੀ। ਇਹਦੇ 'ਚ ਇਹ ਹੈ ਵੀ ਅਸੀਂ ਆਪਦੇ ਵੱਲੋਂ ਠੀਕ ਆ। ਮੈਨੂੰ ਪਤਾ ਵੀ ਮੈਂ ਜਦੋਂ ਜਾਗਿਆ ਉਦੋਂ ਹੀ ਸਵੇਰਾ, ਮੈਂ ਜਦੋਂ ਇਸ ਲਹਿਰ ਨਾਲ ਜੁੜਿਆ ਜੀ, ਇੰਨਾ ਮੇਰਾ ਕਿਤਾਬਾਂ ਨਾਲ ਵਾਹ ਨਹੀਂ ਪਹਿਲਾਂ ਸਾਰੀ ਜ਼ਿੰਦਗੀ 'ਚ ਪਿਆ ਹੋਊਗਾ। ਮੇਰਾ ਧਿਆਨ ਜ਼ਰੂਰ ਰਹਿੰਦਾ ਸੀ ਵੀ ਮੈਂ ਪੜ੍ਹਾਂ, ਮੇਰੀ ਸੋਚਾਂ 'ਚ ਚੱਲਦੀਆਂ ਸੀ। ਪਰ ਜਦੋਂ ਮੈਂ ਜੁੜਿਆ
ਤਾਂ ਮੈਂ ਹੋਰ ਸੰਜੀਦਾ ਹੋ ਗਿਆ ਵੀ ਨਹੀਂ ਯਾਰ, ਵੀ ਜੇ ਮੈਂ ਨਹੀਂ ਵੀ ਇਦਾਂ ਦੇ ਗਾਣੇ ਆ, ਤੁਸੀਂ ਗੱਲ ਕੀਤੀ 31 ਪੈਣ ਪਰਚੇ 35 ਨਾ ਪੈਣ, ਮੇਰੇ ਇੱਕ ਨਾਲ ਹੋਣਾ ਕੁਛ ਨਹੀਂ, ਪਰ ਮੈਨੂੰ ਆਪਦੀ ਸੰਤੁਸ਼ਟੀ ਜ਼ਰੂਰ ਹੋ ਜੂਗੀ ਵੀ ਹਾਂ ਯਾਰ, ਵੀ ਜੇ ਕੋਈ ਲਹਿਰ ਖੜੀ ਹੋਈ ਸੀ ਉਹਦੇ ਚੋਂ ਮੈਂ ਕੁਛ ਖੱਟ ਕੇ ਆਇਆ, ਠੀਕ ਆ, ਉਹ ਅੱਗੇ ਜਾ ਕੇ ਜਿੱਤਾਂਗੇ। ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਦਾ ਸੰਕੇਤ ਲੈ ਕੇ ਤੁਰਦੇ ਆ, ਪਰ ਮੈਂ ਆਪਦੇ ਆਪ 'ਚ ਵੀ ਬਦਲਾਅ ਕੀਤੇ ਨੇ। ਮੈਂ ਤਾਂ ਮੰਨਦਾ ਵੀ ਠੀਕ ਹੈ, ਮੈਂ ਇਹ ਗੱਲ ਨਹੀਂ ਕਿਹਾ ਵੀ ਕਲਾਕਾਰ ਜ਼ਿੰਮੇਵਾਰ ਨਹੀਂ ਹੈਗਾ। ਨਹੀਂ, ਪਰ ਗੱਲ ਇਹ ਹੈ, ਦੇਖੋ ਠੀਕ ਹੈ, ਆਪਾਂ ਮੰਨਦੇ ਹਾਂ ਵੀ ਇਹ ਜ਼ਿੰਮੇਵਾਰ, ਕੋਈ ਕਹਿੰਦਾ ਹੈ, ਕੋਈ ਕਹਿੰਦਾ ਨਹੀਂ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਬਹੁਤੀ ਵਾਰ ਕਲਾਕਾਰ ਮੰਨ ਕੇ ਰਾਜ਼ੀ ਕਿਉਂ ਨਹੀਂ ਹੁੰਦਾ ਵੀ ਮੇਰੇ ਕਰਕੇ ਵੀ ਨੌਜਵਾਨ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਹੈ। ਤੁਸੀਂ ਗੱਲ ਕੀਤੀ ਸੀ ਕਿ ਧਰਨੇ ਕਿਉਂ ਨਹੀਂ ਲਾਉਂਦੇ ਤੁਸੀਂ ਉਹਨਾਂ ਲੋਕਾਂ ਦੇ ਘਰਾਂ ਬਾਹਰ ਜਾ ਕੇ। ਦੇਖੋ, ਇਹ ਆਪਾਂ ਜਾਣਦੇ ਹਾਂ, ਇਨਸਾਨੀ ਫਿਤਰਤ ਹੈ ਕਿ ਇਨਸਾਨ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨਾਂ ਵੱਲ ਜਲਦੀ ਅਟਰੈਕਟ ਹੁੰਦਾ ਹੈ, ਚੰਗੇ ਵੱਲ ਬਾਅਦ ਚ ਹੁੰਦਾ ਹੈ ਨਾ। ਦੂਸਰੀ ਗੱਲ ਇਹਦੇ ਪਿੱਛੇ ਹੈ ਕਿ ਸਮਾਜ, ਤੁਸੀਂ ਕਹਿੰਦੇ ਹੋ ਜੈਸਾ ਦੇਸ਼ ਵੈਸਾ ਭੇਸ, ਸਮਾਜ ਹੋ ਜਾ ਬਣ ਗਿਆ, ਪਰ ਸਮਾਜ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਟੀਵੀ ਤੇ, ਜਿਹੜੀਆਂ ਅਸੀਂ ਨਹੀਂ ਦਿਖਾ ਸਕਦੇ ਵੀਡੀਓਜ਼ ਦੇ ਵਿੱਚ, ਹਨਾ। ਸੋ ਅਸੀਂ ਇਹੀ ਚੀਜ਼ ਕਿਉਂ ਚੁਣਦੇ ਆ ਕਿ ਲੋਕ ਨੇ ਠੀਕ ਹੈ, ਮੈਂ ਮੰਨਦੀ ਹਾਂ ਲੋਕਾਂ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਪਰ ਇਹ ਵੀ ਤਾਂ ਇੱਕ ਵੱਡਾ ਪੱਖ ਹੈ ਕਿ ਜਦੋਂ ਕਲਾਕਾਰ ਜਿੱਧਰਲੇ ਵਾਲੇ ਬੰਨੇ ਨੂੰ ਹੁੰਦਾ ਉਹ ਉਧਰ ਨੂੰ ਫਿਰ ਸਾਰੇ ਹੀ ਹੋ ਜਾਂਦੇ ਨੇ। ਜੇ ਅੱਜ ਕੋਈ ਹਥਿਆਰਾਂ ਦਾ ਗੀਤ ਗਾ ਰਿਹਾ ਹੈ ਤੇ ਹਰ ਕੋਈ ਫਿਰ ਕਹਿੰਦਾ ਵੀ ਉਹਦੇ ਤੋਂ ਵੱਧ ਕੇ ਮੈਂ ਗਾਊਂ, ਉਹਦੇ ਤੋਂ ਵੱਧ ਕੇ ਮੈਂ। ਜ਼ਿੰਮੇਵਾਰੀ ਤਾਂ ਕੱਲਾ ਬੰਦਾ ਵੀ ਆਪਣੀ ਨਹੀਂ ਪਛਾਣ ਰਿਹਾ ਨਾ। ਬਿਲਕੁਲ, ਮੈਂ ਮੰਨਦਾ ਇਸ ਗੱਲ ਨਾਲ। ਬਾਕੀ ਇਹ ਜਿਹੜਾ ਜੈਸਾ ਦੇਸ ਪੈਸਾ ਭੇਸ, ਇਹ ਤੁਹਾਡੇ ਪਰਿਵਾਰਾਂ ਤੇ ਬਹੁਤ ਕੁਝ ਡਿਪੈਂਡ ਕਰ ਪੈਂਦਾ ਜੀ। ਚਾਹੇ ਬਾਹਰਲੇ ਮੁਲਕਾਂ 'ਚ ਵੀ ਹੁਣ ਤਾਂ ਹਰ ਇੱਕ ਤੀਜੇ ਘਰ ਚੋਂ, ਕੀ ਮਤਲਬ ਪੰਜਾਬ ਚੋਂ ਕੱਲੇ ਪਿੰਡ ਚੋਂ 40 ਮੁੰਡੇ ਬਾਹਰ ਨੇ। ਇਹ ਤੁਹਾਨੂੰ ਸੰਸਕਾਰ ਕਹੇ ਜੇ ਮਿਲਦੇ ਆ, ਠੀਕ ਆ। ਮੈਂ ਕਿਸੇ ਦੇ ਨਿੱਜੀ ਤੇ ਕਲਾਕਾਰ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਵੀ ਕੋਈ ਕਹੇ ਜੇ ਕੱਪੜੇ ਪਾਉਂਦਾ, ਜਾਂ ਜੋ ਅਸੀਂ ਆਪਦੇ ਘਰਦਿਆਂ ਤੋਂ ਸੁਣਿਆ ਜਾਂ ਸਮਝਿਆ ਜਾਂ ਦੇਖਿਆ ਉਦਾਂ ਦੇ ਅਸੀਂ ਆ। ਬਾਕੀਆਂ ਦੀ ਮੈਂ ਮੰਨਦਾ ਇਹ ਗੱਲ, ਮੈਂ ਅੱਜ ਤੁਹਾਡੇ ਇਕੱਲੇ ਇਸ ਚੈਨਲ ਤੇ ਨਹੀਂ, ਮੈਂ ਹਰ ਇੱਕ ਕੈਮਰੇ ਤੇ ਮੰਨਦਾ ਵੀ ਕਲਾਕਾਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਸਮਾਜ ਨੂੰ, ਯੂਥ ਨੂੰ ਟੇਢੇ ਪਾਸੇ ਲੈ ਕੇ ਜਾਣ 'ਚ। ਪਰ ਕਲਾਕਾਰ ਨਾਲੋਂ ਜ਼ਿੰਮੇਵਾਰ ਪਹਿਲਾਂ ਉਹ ਯੂਥ ਹੈ ਜਿਹੜਾ ਵਿਗੜ ਰਿਹਾ ਜੀ। ਦੋ ਹੀ ਬਰਾਬਰ ਦੇ ਹਿੱਸੇਦਾਰ ਨੇ ਇਹਦੇ 'ਚ। ਇਕੱਲਾ ਕਲਾਕਾਰ ਨਹੀਂ ਯੂਥ ਨੂੰ ਲਿਜਾ ਸਕਦਾ। ਜੇ ਉਹ ਜਾ ਰਹੇ ਆ ਉਹਦੇ ਪਿੱਛੇ, ਉਹ ਤਾਂ ਹੀ ਜਾ ਰਹੇ ਆ। ਹੁਣ ਜੇ ਅੱਜ ਚਲੋ ਮੰਨ ਲੈਂਦੇ ਆ ਵੀ ਠੀਕ ਆ, ਅੱਜ ਅਸੀਂ ਕਿਸਾਨੀ ਧਰਨੇ ਲਾ ਰਹੇ ਆ ਜੀ, ਪੰਜਾਬ 'ਚ ਤਾਂ 5-7 ਸਾਲ 'ਚ ਪਾਣੀ ਵੈਸੇ ਹੀ ਮੁੱਕ ਜਾਣਾ, ਫਿਰ ਕਿਹੜੀ ਖੇਤੀ ਲਈ ਲੜਾਈ ਕਰਾਂਗੇ? ਬਿਲਕੁਲ ਸਹੀ। ਤਾਂ ਇਹ ਸਾਡੀ ਤਰਾਸਦੀ। ਚਲੋ ਸਰਕਾਰਾਂ ਨੇ ਜੋ ਕੁਝ ਸਾਨੂੰ ਦਿੱਤਾ ਨਹੀਂ ਦਿੱਤਾ, ਕਿਤੇ ਨਾ ਕਿਤੇ ਸਾਡੇ ਮੁੰਡੇ ਵੀ ਆਪ ਕੰਮ ਕਰਨ ਨੂੰ ਹਟ ਗਏ ਨਾ ਜੀ। ਉਹ ਦੌਰ ਵੀ ਆ ਗਿਆ ਕਲਾਕਾਰਾਂ ਨੂੰ ਛੱਡ ਕੇ। ਜੇ ਦੇਖੀਏ ਵੀ ਕਿੱਥੇ ਤਾਂ ਅਸੀਂ ਸਾਈਕਲ ਤੇ ਮੋਟਰ ਤੇ ਜਾਂਦੇ ਸੀ, ਕਿੱਥੇ ਹੁਣ ਸਾਨੂੰ ਥਾਰ ਚਾਹੀਦੀ ਹੈ ਮੋਟਰ ਤੇ ਜਾਣ ਵਾਸਤੇ, ਕਿੱਥੇ ਅਸੀਂ ਹੱਥੀਂ ਟਰੈਕਟਰ ਚਲਾਉਂਦੇ ਸੀ, ਕਿੱਥੇ ਹੁਣ ਸਾਨੂੰ ਟਰੈਕਟਰ ਤੇ ਵੀ ਏਸੀ ਚਾਹੀਦਾ, ਕੈਬਨ ਚਾਹੀਦਾ। ਖਰਚੇ ਥੋੜੇ ਜਿਹੇ ਆਪ ਵੀ ਵਧਾਏ ਹੋਏ ਨੇ ਨਾ। ਸਾਡਾ ਟਾਰਗੇਟ ਹੀ ਉਹ ਰਹਿ ਗਿਆ ਵੀ ਜਾਂ ਤਾਂ ਫੋਰਚੂਨਰ ਲੈਣੀ ਆ ਜਾਂ ਫਿਰ ਬਰਾਬਰ ਕੋਠੀ ਪਾਉਣੀ ਆ। ਤਾਂ ਕਿਤੇ ਨਾ ਕਿਤੇ ਜਾ ਕੇ ਅਸੀਂ ਮਰੇ ਆਪਦੇ ਫੁਕਰਪਣੇ 'ਚ ਵੀ ਹਾਂ, ਚਾਦਰ ਦੇਖ ਕੇ ਵੀ ਪੈਰ ਪਸਾਰੀਏ। ਫਿਰ ਥੋੜਾ ਜਿਹਾ ਇਹ ਵੀ ਆ ਵੀ ਸਾਡੇ ਲੋਕਾਂ 'ਚ ਹੁਣ ਥੋੜੀ ਜਿਹੀ ਇਹ ਚੀਜ਼ ਵੀ ਹੋ ਗਈ ਵੀ ਦਿਖਾਵਾ ਬਾਹਲਾ ਚੱਲ ਪਿਆ, ਪਿੱਛੇ ਲੱਗਣ ਵਾਲਾ ਕੰਮ ਵੀ ਲਾਈ ਲੱਗ। ਪੰਜਾਬ ਦੇ ਲੋਕ ਨੇ ਜਿਹੜੇ, ਕੋਈ ਵੀ ਲਹਿਰ ਆ ਖੜੀ ਇਸ ਧਰਤੀ ਤੋਂ ਹੀ ਹੁੰਦੀ ਆ, ਉੱਠਦੇ ਬਹੁਤ ਦੁੱਧ ਦੇ ਵਾਲੇ ਵਾਂਗੂ ਨੇ। ਪਰ ਗੱਲ ਇਹ ਆ ਵੀ ਇਹਨਾਂ ਨੂੰ ਅੱਗੇ ਜਾ ਕੇ ਜਦੋਂ ਲਹਿਰ ਪੂਰੇ ਸਿਖਰ ਤੇ ਚਲੇ ਜਾਂਦੀ ਆ, ਉਹਦਾ ਉਹ ਬੇਸਿੱਟਾ ਹੋ ਜਾਂਦਾ, ਉਹਦਾ ਨਤੀਜਾ ਨਹੀਂ ਕੋਈ ਨਿਕਲਦਾ। ਦਿੱਲੀ ਦਾ ਛਿੱਟਾ ਪੈਂਦਾ, ਉਹ ਬਹਿ ਜਾਂਦਾ। ਹਾਂ, ਉਹ ਫਿਰ ਨਾ ਤਾਂ ਕੋਈ ਆਪਦਾ ਡਿਸੀਜਨ ਲੈ ਸਕਦੇ ਆ ਵੀ ਇਹਦਾ ਕੀ ਕਰੀਏ। ਪਿਛਲੇ ਮੋਰਚਿਆਂ 'ਚ ਵੀ ਇਦਾਂ ਹੀ ਹੋਇਆ। ਹੁਣ ਵੀ ਡਰ ਆ ਵੀ ਉਦਾਂ ਨਾ ਹੋਵੇ। ਪਰ ਹੁਣ ਚਲੋ ਇਹ ਨਹੀਂ ਹੈਗਾ ਵੀ ਹੁਣ ਉਹ ਮੋਰਚੇ ਸੀ, ਠੀਕ ਹੈ, ਜਿਵੇਂ ਵੀ ਸੀ। ਪਰ ਹੁਣ ਕੱਲੇ ਘਰ 'ਚ ਇਹ ਗੱਲ ਹੁੰਦੀ ਆ ਪੰਜਾਬ ਦੇ 'ਚ। ਮੈਨੂੰ ਲੱਗਦਾ ਮਹਾਰਾਜ ਮਿਹਰ ਵੀ ਕਰੇ, ਕਿਉਂਕਿ ਜੇ ਕੇਂਦਰ ਸਰਕਾਰ ਸਾਡੇ ਤੋਂ ਸਾਡੇ ਖੇਤ ਹੀ ਖੋਹ ਕੇ ਲੈ ਗਈ ਤਾਂ ਫਿਰ ਪੰਜਾਬ ਕੋਲੇ ਪਿੱਛੇ ਹੈ ਵੀ ਕੁਛ ਨਹੀਂ। ਬਾਈ ਜੀ, ਇੱਕ ਗੱਲ ਦੱਸੋ ਵੀ ਜਦੋਂ ਹੁਣ ਕਰੋਨਾ ਮਹਾਮਾਰੀ ਆ, ਕਾਰੋਬਾਰ ਬਹੁਤ ਪ੍ਰਭਾਵਿਤ ਹੋ ਗਏ ਆ, ਜਿਹੜਾ ਕਲਾਕਾਰ ਭਾਈਚਾਰਾ, ਉਹਦੀਆਂ ਖੁਸ਼ੀਆਂ, ਉਹਦੀ ਆਰਥਿਕਤਾ ਦਾ ਬਹੁਤਾ ਸੰਬੰਧ ਕਿਸਾਨੀ ਨਾਲ ਜੀ। 80% ਮੇਰਾ ਖਿਆਲ ਆ ਵੀ ਜਿਹੜੇ ਕਿਸਾਨ ਭਾਈਚਾਰੇ ਦੇ ਲੋਕ ਆ, ਉਹੀ ਕਲਾਕਾਰਾਂ ਦੇ ਪ੍ਰੋਗਰਾਮ ਕਰਵਾਉਂਦੇ, ਕੋਈ ਦੋ ਰਾਇਆ ਨਹੀਂ। ਹੁਣ ਜਦੋਂ ਉਹ ਵੀ ਝੰਬੇ ਪਏ ਆ, ਉਹਨਾਂ ਨੂੰ ਮਾਰ ਬੜੀ ਪੈ ਰਹੀ ਆ, ਕਲਾਕਾਰ ਆਪਦੇ ਪ੍ਰੋਗਰਾਮ ਦਾ ਭਾਅ ਵੀ ਘਟਾਉਣਗੇ ਕਿ ਉੱਥੇ ਰਹੂਗਾ ਤੁਹਾਡੇ ਖਿਆਲ 'ਚ, ਜਾਂ ਘਟਾਉਣਾ ਚਾਹੀਦਾ ਕਿ ਨਹੀਂ? ਨਹੀਂ, ਮੈਨੂੰ ਤਾਂ ਦੇਖੋ ਲੱਗਦਾ ਵੀ ਭਾਅ ਵਾਲਾ ਕੰਮ ਤਾਂ ਜੀ ਜਿਹੜਾ ਇਹ ਤਾਂ ਉਹੀ ਆ ਗਿਆ। ਸਾਡਾ ਤਾਂ, ਮੈਂ ਆਪਦੀ ਨਿੱਜੀ ਗੱਲ ਕਰਦਾ ਵੀ ਸਾਡਾ ਕੋਈ ਭਾਅ ਨਹੀਂ ਹੈਗਾ। ਜੇ ਜਿਨ੍ਹਾਂ ਦੇ ਵੀ ਅਸੀਂ ਜ਼ਿਮੀਂਦਾਰ ਪਰਿਵਾਰ 'ਚ, ਮੇਰਾ ਤਾਂ 100% ਹੀ ਤੁਸੀਂ ਕਹਿ ਕੇ ਰੱਖੋ, ਕਿਉਂਕਿ ਮੈਂ ਅੱਜ ਤੱਕ ਕਦੇ ਦਿੱਲੀ ਵਗੈਰਾ ਗਿਆ ਨੀਗਾ। ਪੰਜਾਬ, ਹਰਿਆਣਾ, ਪੰਜਾਬ, ਰਾਜਸਥਾਨ, ਜਿੱਥੇ ਆਪਣੀ ਕਮਿਊਨਿਟੀ ਦੇ ਲੋਕ ਵੱਸਦੇ ਆ, ਉੱਥੇ ਹੀ ਜ਼ਿਆਦਾ ਪ੍ਰੋਗਰਾਮ ਕੀਤੇ ਆ। ਤੇ ਸਾਡੇ ਨਾਲ ਨਹੀਂ ਕਦੇ ਵੀ ਇਦਾਂ ਹੋਇਆ। ਬਾਕੀ ਵੀਰਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਲੋਕ ਟੁੱਟੇ ਹੋਏ ਨੇ, ਜੇ ਉਹ ਫਿਰ ਵੀ ਤੁਹਾਨੂੰ ਬੁਲਾ ਰਹੇ ਆ ਤਾਂ ਫਿਰ ਤੁਸੀਂ ਉੱਥੇ ਇਹ ਨਾ ਅੜੋ ਵੀ ਮੈਂ ਤਾਂ 5 ਲੱਖ ਹੀ ਲੈਣਾ, ਮੈਂ ਤਾਂ 7 ਲੱਖ ਹੀ ਲੈਣਾ। ਜਿੰਨੇ ਕੋਈ ਜੋ ਤੁਹਾਨੂੰ ਦਿੰਦਾ, ਤੁਹਾਡਾ ਆਪ ਦਾ ਸਿਸਟਮ ਦੇਖ ਕੇ ਉਹਨੇ ਕਿ ਚਲਾ ਲਓ। ਜੇ 1 ਸਾਲ ਲਾ ਵੀ ਲਵਾਂਗੇ ਤਾਂ ਕੋਈ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਫਰਕ ਪਊਗਾ ਜੀ।
ਤੇ ਜਿਸ ਹਿਸਾਬ ਦੇ ਨਾਲ ਕਲਾਕਾਰ ਇਸ ਵੇਲੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਨੇ, ਤੁਹਾਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਸਮਾਂ ਅੱਗੇ ਵਧੇਗਾ ਤਿਵੇਂ ਤਿਵੇਂ ਇਹੀ ਜੋਸ਼ ਕਲਾਕਾਰਾਂ ਦੇ ਵਿੱਚ ਵੀ ਰਹੇਗਾ, ਉਸੇ ਤਰ੍ਹਾਂ ਇਹ ਵੀ ਜੁੜੇ ਰਹਿਣਗੇ ਜਾਂ ਇਹ ਵੀ ਫਿਰ ਹੌਲੀ ਹੌਲੀ ਪਿੱਛੇ ਹੋ ਥੋੜਾ ਜਿਹਾ ਜਾਣਗੇ? ਕਿੜਕਿਆ ਨਹੀਂ ਲੱਗਦਾ ਇਹ ਜੋਸ਼? ਵੈਸੇ ਤੁਹਾਡਾ ਅਨੁਭਵ ਕੀ ਆ ਵੀ ਜਿੰਨਾ ਜੋਸ਼ ਸੀਗਾ 2-3 ਹਫ਼ਤੇ ਪਹਿਲਾਂ, 10 ਕੁ ਦਿਨ ਦੇ ਲਈ ਵੀ ਕਲਾਕਾਰ ਭਾਈਚਾਰੇ ਨੇ ਬਹੁਤ ਊਰਜਾ ਦੇ ਨਾਲ ਵੱਖ-ਵੱਖ ਥਾਵਾਂ ਤੇ ਧਰਨੇ ਲਾਏ, ਪਰ ਹੁਣ ਥੋੜਾ ਜਿਹਾ ਮੱਠਾ ਜਿਹਾ ਨਹੀਂ ਪਿਆ? ਮੈਨੂੰ ਨਹੀਂ ਲੱਗਦਾ, ਜ਼ਿਆਦਾਤਰ ਲੋਕਾਂ ਦਾ ਇਹੀ ਸਵਾਲ ਹੁੰਦਾ ਵੀ ਹੁਣ ਘਟ ਗਿਆ ਧਰਨਾ, ਇੱਕ ਇਹ ਲੰਬਾ ਹੋ ਗਿਆ ਬਹੁਤ ਜ਼ਿਆਦਾ। ਜਿਨ੍ਹਾਂ ਨੇ ਪਰਮਾਨੈਂਟ ਡਿਊਟੀਆਂ ਆਪਦੀਆਂ ਸਾਂਭੀਆਂ ਹੋਈਆਂ ਨੇ ਉਹ ਬੈਠੇ ਆ ਉੱਥੇ ਪੱਕੇ, ਪਰ ਜਦੋਂ ਹੁਣ ਦਿੱਲੀ ਦੀ ਵਾਰੀ ਆਊਗੀ ਪੰਜਾਬ 'ਚੋਂ ਤੁਸੀਂ ਦੇਖੋਗੇ ਉਦੋਂ ਇੱਕ ਬਹੁਤ ਵੱਡੀ ਲਹਿਰ ਖੜੀ ਹੋ ਕੇ ਦਿੱਲੀ ਵੱਲ ਨੂੰ ਕੂਚ ਕਰੂਗੀ। ਇਹ ਘਟਿਆ ਨਹੀਂ, ਉਹਨਾਂ ਨੇ ਆਪਦੀਆਂ ਡਿਊਟੀਆਂ ਸਾਂਭ ਲਈਆਂ, ਬਾਕੀ ਫਸਲ ਕਰਕੇ ਵੀ ਥੋੜਾ ਦਿਨ ਬਿਜ਼ੀ ਰਹੇ ਨੇ, ਪਰ ਜਿਹੜੇ ਫਿਰ ਵੀ ਨਹੀਂ ਆਉਂਦੇ, ਤੁਹਾਡੀ ਵੀ ਗੱਲ ਸਹੀ ਹੈ, ਜਿਹੜੇ ਨਹੀਂ ਆਉਂਦੇ ਅਸੀਂ ਚੈਨਲ ਰਾਹੀਂ ਵੀ ਬੇਨਤੀ ਕਰਦੇ ਹਾਂ ਵੀ ਇਹ ਲੜਾਈ ਉਹਨਾਂ ਬਜ਼ੁਰਗਾਂ ਦੀ ਨਹੀਂ ਜਿਹੜੇ ਉੱਥੇ ਬੈਠੇ ਨੇ, ਲੜਾਈ ਸਾਡੀ ਆ। ਤਾਂ ਸਾਨੂੰ ਜਦੋਂ ਅਸੀਂ ਆਪਦਾ ਕੰਮਕਾਰ, ਸਾਡਾ ਤਾਂ ਉਹ ਕਿੱਤਾ ਨਹੀਂ ਹੈਗਾ, ਚਲੋ ਇੱਥੋਂ ਪੱਟਿਆ ਜਾਊਗਾ ਤਾਂ ਕੈਨੇਡਾ ਚਲਾ ਜਾਵਾਂਗੇ। ਕਲਾਕਾਰੀ 'ਚ ਇੱਕ ਸਭ ਤੋਂ ਵਧੀਆ ਆਪਸ਼ਨ ਇਹ ਆ ਵੀ ਜਿਹਦਾ ਇੱਥੇ ਨਹੀਂ ਕੁਝ ਬਣਦਾ ਉਹ ਕੈਨੇਡਾ ਦਾ ਜਾ ਹੀ ਵੜਦਾ, ਹਰੇਕ ਕੋਲੇ ਵੀਜ਼ਾ। ਪਰ ਫਿਰ ਵੀ ਅਸੀਂ ਉਹ ਚੀਜ਼ 'ਚ ਨਹੀਂ ਹੋਏ, ਕਿਉਂਕਿ ਪੰਜਾਬ ਨੇ ਦਿੱਤਾ ਸਾਨੂੰ ਬਹੁਤ ਕੁਛ ਹੈ। ਅੱਜ ਜੇ ਮੇਰੇ ਆਉਣ ਨਾਲ ਜੇ 4 ਨੌਜਵਾਨ ਵੀ ਆਉਂਦੇ ਨੇ ਤਾਂ ਮੈਨੂੰ ਲੱਗਦਾ ਵੀ ਮੇਰੇ ਲਈ ਉਹ ਇੱਕ ਚੰਗੀ ਗੱਲ ਹੈ। ਜੇ ਮੈਂ ਕੁਛ ਕਰ ਸਕਦਾ, ਮੈਂ ਹਾਂ ਦਾ ਨਾਰਾ ਮਾਰਨ ਵਾਲਿਆਂ 'ਚ ਹਾਂ, ਮੈਂ ਘਰੇ ਬਹਿਣ ਵਾਲਿਆਂ 'ਚ ਨਹੀਂ ਹੈਗਾ। ਪਰ ਅਖੀਰ ਤੱਕ ਜਿੰਨਾ ਕੁ ਅਸੀਂ ਮਿਲਦੇ ਹਾਂ ਹੁਣ ਵੀ, ਜਿਵੇਂ ਕਨਵਰ ਬਾਈ ਹੋ ਗਿਆ, ਹਰਫ ਹੋ ਗਿਆ, ਬਹੁਤ ਵੀਰ ਨੇ ਐਸੇ ਜਿਹੜੇ ਪਰਮਾਨੈਂਟ ਤੌਰ ਤੇ ਜਥੇਬੰਦੀਆਂ ਦੇ ਨਾਲ ਚੱਲ ਰਹੇ ਨੇ। ਹੁਣ ਕਲਾਕਾਰਾਂ ਦੀ ਵੀ ਰੁਝੇਵੇਂ ਹੋ ਗਏ, ਅੱਗੇ ਸੀਜ਼ਨ ਆ ਜਾਣਾ, ਸ਼ੋਅ ਆ ਜਾਣਾ, ਪਰ ਜਿਹਨੂੰ ਜਿੱਥੇ ਮੌਕਾ ਮਿਲਦਾ ਉਹ ਚੱਲ ਰਿਹਾ ਹੈ। ਹਾਲੇ ਤੱਕ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀ ਘਰੇ ਬਹਿ ਗਏ ਜਾਂ ਹੁਣ ਜਾਣਾ ਆਉਣਾ ਬੰਦ ਕਰਤਾ। ਤੁਸੀਂ ਮੂਹਰੇ ਲੱਗ ਕੇ ਧਰਨੇ ਦੀ ਅਗਵਾਈ ਕੀਤੀ ਜਾਂ ਤੁਸੀਂ ਪ੍ਰਚਾਰ ਦੇ ਲਈ ਜਾਂਦੇ ਰਹੇ ਹੋ, ਤੇ ਤੁਹਾਨੂੰ ਕਿਸੇ ਰਾਜਨੀਤਿਕ ਬੰਦੇ ਦਾ ਫੋਨ ਆਇਆ ਕਿ ਨਹੀਂ ਵੀ ਮਾੜਾ ਜਿਹਾ ਸਾਡੇ ਵਾਲੇ ਪਾਸੇ ਆ ਜਾਓ, ਵੀ ਕੋਈ ਅੰਦਰਲੀ ਕੋਈ ਗੁਪਤ ਗੱਲ ਜੀ ਹੋਵੇ ਕਿ ਯਾਰ ਯਾਰੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ, ਭਰਾ ਟਿਕਟ ਦੇ ਦੇਾਂਗੇ, ਕਿਸਾਨ ਤਾਂ ਐਂ ਹੀ ਹੁੰਦੇ ਆ। ਨਹੀਂ, ਟਿਕਟ ਤਾਂ ਮੈਨੂੰ ਲੱਗਦਾ ਜੀ ਆਰਟਿਸਟ ਲਈ ਟਿਕਟ ਦਾ ਕੋਈ ਮਸਲਾ ਨਹੀਂ ਹੁੰਦਾ, ਕਦੇ ਵੀ ਸੈਲੀਬ੍ਰਿਟੀ ਫੇਸ ਹੁੰਦਾ, ਉਹਨੂੰ ਤੁਸੀਂ ਪੰਜਾਬ ਦੇ ਲੋਕ ਨੂੰ ਉਹਦਾ ਫੋਨ ਆਇਆ ਕਿ ਨਹੀਂ ਕਿਸੇ ਦਾ? ਮੈਨੂੰ ਕਿਸੇ ਦਾ ਫੋਨ ਨਹੀਂ ਆਇਆ। ਉਦਾਂ ਜਿਵੇਂ ਆਹ ਫੋਨ ਜ਼ਰੂਰ ਆਏ ਆ, ਆਹ ਈਡੀ ਵਾਲੇ ਜਿਹੜੇ ਹੋ ਗਏ ਵੀ ਆਪਣੇ ਤੇ ਛਾਪਾ ਪੈ ਜਾਊਗਾ, ਉਹ ਡਰਾਉਣ ਵਾਲੇ ਵੀ ਅਸੀਂ ਪਿੱਛੇ ਹਟ ਜਾਈਏ। ਉਦਾਂ ਰਾਜਨੀਤਿਕ ਪਾਰਟੀ ਦਾ ਕਿਸੇ ਦਾ ਫੋਨ ਨਹੀਂ ਆਇਆ ਵੀ ਸਾਡੇ 'ਚ ਸ਼ਾਮਲ ਹੋ ਜਾਓ ਜਾਂ ਸਾਡੇ ਤੋਂ ਟਿਕਟ ਲੈ ਲਓ ਜਾਂ ਸਾਡਾ ਪ੍ਰਚਾਰ ਕਰੋ, ਨਾ ਆਪਣੀ ਕੋਈ ਉਦਾਂ ਦੀ। ਬੱਲੇ ਬੱਲੇ, ਫਿਰ ਉਧਰੋਂ ਰਣਿੰਦਰ ਸਿੰਘ ਨੂੰ ਈਡੀ ਦਾ ਨੋਟਿਸ ਆਉਂਦਾ, ਤੁਹਾਨੂੰ ਵੀ ਆ ਜਾਣਾ। ਮੈਂ ਤਾਂ ਸਮਾਂ ਕਹਿਣਾ, ਮੈਨੂੰ ਤਾਂ ਪਿੱਛੇ ਜੇ ਇੱਕ ਖਬਰ ਵੀ ਲੱਗੀ ਵੀ ਭਾਈ ਛਾਪਾ ਵੱਜਣਾ ਕਲਾਕਾਰਾਂ ਤੇ, ਇਹਨਾਂ ਦਾ ਦੇਣ ਲੈਣ ਦਾ ਜਿਹੜਾ ਸੰਬੰਧ ਆ ਉਹ ਚੈੱਕ ਕਰੀਏ ਵੀ ਬਾਹਰਲੇ ਪੈਸੇ। ਮੈਂ ਤਾਂ ਚਾਹੁੰਦਾ ਵੀ ਸਾਡੇ ਤਾਂ ਆਵੇ ਇੱਕ ਉਹਦੇ ਨਾਲ ਆਹੀ ਬੱਲੇ ਬੱਲੇ, ਜਾਂ ਤਾਂ ਰਾਜੇ ਦੇ ਮੁੰਡੇ ਨੂੰ ਆਇਆ ਜਾਂ ਫਿਰ ਉਹ ਦੂਜਾ ਮੈਨੂੰ ਆਇਆ। ਇਦੋਂ ਵੱਡੀ ਗੱਲ ਕੀ ਹੋ ਸਕਦੀ ਆ? ਨਿਕਲੂਗਾ ਜੋ ਸਾਡੇ ਕੋਲ ਉਹ ਸਾਰਾ ਕੁਝ ਸਾਹਮਣੇ ਆ ਜਾਣਾ। ਬਹੁਤ ਵਰੇ ਪਹਿਲਾਂ ਦੀ ਗੱਲ ਆ, ਇੱਕ ਕਲਾਕਾਰ ਦੇ ਘਰ ਆਮਦਨ ਕਰ ਵਿਭਾਗ ਦਾ ਛਾਪਾ ਪਿਆ ਸੀ ਜੀ, ਉਹਨੇ ਪੂਰੇ ਮੁਹੱਲੇ 'ਚ ਲੱਡੂ ਵੰਡੇ ਸੀ। ਉਹ ਕਹਿੰਦਾ ਬੜੇ ਔਖੇ ਸੀ, ਦੇਖੋ ਕਿੰਨਾ ਸ਼ੱਕ ਕਰਦੇ ਅੱਜ ਕੱਲ੍ਹ ਆਪਣੇ। ਸਹੀ, ਅਸੀਂ ਵੀ ਲੱਡੂ ਵੰਡ ਦਿਆਂਗੇ ਜੀ। ਸਹੀ ਹੈ ਜੀ ਜੀ, ਕਿਸਾਨੀ ਵਾਲਾ ਹੀ ਹੋ। ਹਾਂਜੀ ਹਾਂਜੀ। ਹੋ ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ, ਹੱਕ ਤਾਂ ਲੈ ਕੇ ਛੱਡਾਂਗੇ ਓਏ ਭਾਵੇਂ ਕਰਨਾ ਕੁਝ ਵੀ ਪੈ ਜੇ। ਹੋ ਇਕੱਠੇ ਕਰ ਲੈ ਆਪਣੇ ਯਾਰ, ਭਾਵੇਂ 10 ਨੇ ਭਾਵੇਂ 4, ਓਏ ਜੱਟਾ ਤਕੜਾ ਹੋ ਜਾ। ਸੈਂਟਰ ਦੀ ਸਰਕਾਰ ਰਹੀ ਸਦਾ ਜੱਟਾਂ ਲਈ ਗਦਾਰ, ਓਏ ਜੱਟਾ ਤਕੜਾ ਹੋ ਜਾ। ਆ ਜਾ ਸੜਕ ਤੇ ਧਰਨੇ ਮਾਰ, ਲੜਾਈ ਛਿੜ ਗਈ ਯਾਰ ਜਾਂ ਪਾਰ, ਓਏ ਜੱਟਾ ਤਕੜਾ ਹੋ ਜਾ। ਜ਼ਮੀਨਾਂ ਖੋਣ ਨੂੰ ਫਿਰਦੇ ਨੇ। ਵਾਹ ਵਾਹ, ਬਹੁਤ ਖੂਬ। ਇਹ ਗਾਣਾ ਸੱਚੇ ਮੁੱਚੇ ਬੜਾ ਸੋਹਣਾ। ਮਿਹਰਬਾਨੀ ਭਾਈ ਜੀ, ਬਹੁਤ ਊਰਜਾ ਨਾਲ ਗਾਣੇ ਜਿਹੜੇ ਉਹ ਸੁਣਨੇ ਚਾਹੀਦੇ ਸਾਰੇ ਪੰਜਾਬੀਆਂ ਨੂੰ ਜੀ। ਨਹੀਂ, ਇਸ ਗੱਲ ਦੀ ਮੈਨੂੰ ਇਸ ਖੁਸ਼ੀ ਵੀ ਬਹੁਤ ਹੋਈ ਹੈ ਜਿਹੜੇ ਨਵੇਂ ਮੁੰਡੇ, ਪਹਿਲਾਂ ਮੈਨੂੰ ਵੀ ਬੜੇ ਫੋਨ ਆਉਂਦੇ ਸੀ ਵੀ ਬਾਈ ਮੈਟਰ ਸਿਲੈਕਟ ਕਰਨਾ ਹੈ ਵੀ ਕਿਹੜੇ ਉਹਦੇ ਤੋਂ ਲਈਏ, ਜਿਹੜੀਆਂ ਸਾਡੀਆਂ ਅੰਦਰ ਦੀਆਂ ਗੱਲਾਂ ਨੇ ਵੀ ਕਿਹੜੇ ਕਿਵੇਂ ਦਾ ਗਾਣਾ ਹੋਣਾ ਚਾਹੀਦਾ। ਹੁਣ ਨਵੇਂ ਮੁੰਡੇ ਵੀ ਬਾਈ ਜੀ ਇਹ ਪੁੱਛਦੇ ਆ ਵੀ ਬਾਈ ਜੀ ਕਿਸਾਨੀ ਮਸਲੇ ਤੇ ਅਸੀਂ ਗਾਣਾ ਕੀਤਾ ਵੀ ਤੁਸੀਂ ਸਾਡਾ ਰਿਲੀਜ਼ ਕਰਵਾ ਦੋਗੇ। ਨਵੇਂ ਆਉਣ ਵਾਲੇ, ਪੁਰਾਣਿਆਂ ਨੇ ਤਾਂ ਚਲੋ ਕਰਨਾ ਹੀ ਸੀ। ਸੋ ਲੋਕ, ਸਮਾਜ ਬਦਲ ਗਿਆ, ਮੈਨੂੰ ਲੱਗਦਾ ਉਦਾਂ ਦੇ ਗੀਤ ਬਦਲ ਗਏ ਸਮੇਂ ਨਾਲ। ਸੋ ਚੰਗਾ ਸੰਕੇਤ ਗਿਆ ਜੀ ਇਹ ਵੀ। ਨਹੀਂ, ਪਰ ਬਹੁਤਿਆਂ ਨੇ ਤਾਂ ਵਹਿੰਦੀ ਗੰਗਾ 'ਚ ਵੀ ਹੱਥ ਧੋਤਾ ਨਾ ਵੀ ਕੋਈ ਗੱਲ ਨਹੀਂ, ਪਹਿਲਾਂ ਨਹੀਂ ਸੀ ਚੱਲਦੇ, ਹੁਣੇ ਮੌਕਾ ਜਿਹਾ ਹੈ, ਬਾਕੀਆਂ ਨੇ ਵੀ ਕੱਢੇ ਨੇ ਤਾਂ ਅਸੀਂ ਵੀ ਕੱਢ ਦਈਏ ਤੇ ਮੋਹਰੇ ਹੋ ਜਾਾਂਗੇ, ਨਾ ਹੋ ਜਾਊਗਾ, ਨਾਲੇ ਲੱਗੂਗਾ ਕਿ ਅਸੀਂ ਵੱਧ ਕਿਸਾਨ ਹਤੈਸ਼ੀ ਆ। ਇਹ ਵੀ ਤਾਂ ਵਿੱਚ ਸਿਸਟਮ ਚੱਲਿਆ। ਕਿਸੇ ਦੀ ਸੋਚ ਆ, ਇਹ ਵੀ ਹੋ ਸਕਦੀ ਹੈ। ਮੈਂ ਇਸ ਗੱਲੋਂ ਵੀ
ਤੁਹਾਡਾ ਵੀ ਪੱਖ ਸਹੀ ਹੈ, ਹੋ ਸਕਦਾ ਬਹੁਤ ਵਾਰ ਇਹ ਹੈ ਵੀ ਜਿੰਨੇ ਕੁ ਭਰਾ ਮੇਰੇ ਨਾਲ ਜੁੜੇ ਹੋਏ ਆ ਕਲਾਕਾਰ, ਉਹਨਾਂ ਨੂੰ ਦੇਖ ਕੇ ਵੀ ਇਦਾਂ ਹੀ ਲੱਗਦਾ ਵੀ ਹਾਂ ਇਹ ਦਿਲੋਂ ਹੀ ਚੱਲ ਰਹੇ ਆ ਸਾਰੇ, ਉਹਨਾਂ ਪਰਿਵਾਰਾਂ ਚੋਂ ਨੇ ਸਾਰੇ ਕਲਾਕਾਰ ਵੀ। ਕੋਈ ਹਊਆ ਜਾਂ ਤੋਪ ਤਾਂ ਹੁੰਦਾ ਨਹੀਂ, ਅਸੀਂ ਵੀ ਉਹਨਾਂ ਦਰਮਿਆਨੇ ਪਰਿਵਾਰਾਂ ਚੋਂ ਹੀ ਉੱਠ ਕੇ ਆਏ ਆ ਜੀ। 5-5 4-4 ਕਿੱਲਿਆਂ ਵਾਲੇ ਸਾਡੇ ਘਰ ਨੇ ਜਿੱਥੋਂ ਅਸੀਂ ਅੱਗੇ ਆਏ ਆ। ਸੋ ਇਹ ਇਮੋਸ਼ਨਲੀ ਇਸ ਕਿੱਤੇ ਨਾਲ ਅਸੀਂ ਬਹੁਤ ਜੁੜੇ ਹੋਏ ਆ। ਚਲੋ ਬਲਦਾਂ ਵਾਲੀ ਖੇਤੀ ਜੇ ਕੀਤੀ ਨਹੀਂ ਤਾਂ ਅਸੀਂ ਉਹ ਤਵੀਆਂ ਬਲਦਾਂ ਵਾਲੀਆਂ ਇਦਾਂ ਦੋ ਹੀ ਹੁੰਦੀਆਂ ਸੀ ਟਹਿਣਾ ਸਾਹਿਬ, ਉਹਦੇ ਉੱਤੇ ਸੀਟ ਲੱਗੀ ਹੁੰਦੀ ਸੀ, ਉੱਥੇ ਬਾਬਾ ਬਹਿੰਦਾ ਹੁੰਦਾ ਸੀ, ਉਹ ਅਸੀਂ ਪਿੱਛੇ ਜ਼ਰੂਰ ਤੁਰੇ ਆ ਸੁਹਾਗੇ ਤੇ। ਚਲੋ ਟਰੈਕਟਰਾਂ ਨਾਲ ਅਸੀਂ ਖੇਤੀ ਕੀਤੀ ਆ, ਪਰ ਉਹ ਉਸ ਕਰਕੇ ਉਹਨਾਂ ਮੋਟਰਾਂ ਨਾਲ ਅਸੀਂ ਇਮੋਸ਼ਨਲੀ ਤੌਰ ਤੇ ਬਹੁਤ ਜੁੜੇ ਹੋਏ ਆ, ਜਿੱਥੇ ਜਾਮਣਾ ਜਾਂ ਨਹਾਉਣਾ ਉਹਨਾਂ ਬੰਬੀਆਂ ਤੇ। ਤਾਂ ਕਰਕੇ ਵੀ ਇਹ ਮੈਨੂੰ ਲੱਗਦਾ ਵੀ ਪੱਖ ਹੈ ਜਿਹੜਾ ਕਿਤੇ ਨਾ ਕਿਤੇ ਪੰਜਾਬੀਆਂ ਦੇ ਦਿਲ ਦੇ ਨੇੜੇ ਹੈ, ਉਹ 'ਚ ਕਲਾਕਾਰ ਵੀ ਆ ਗਏ, ਤਾਂ ਕਰਕੇ ਬਾਹਰ ਨਿਕਲ ਕੇ ਆਇਆ ਵੀ ਹੋ ਸਕਦਾ ਯਾਰ ਵੀ ਇੱਕ ਇਹ ਆ ਵੀ ਖੇਤਾਂ ਤੋਂ ਬਿਨਾਂ ਪੰਜਾਬ ਦਾ ਫਿਊਚਰ ਵੀ ਕੋਈ ਨਹੀਂ। ਉਹ ਚੰਗਾ ਮਾੜਾ ਦਾਣਾ ਪਾਣੀ ਰੋਟੀ ਪਾਣੀ ਤਾਂ ਸਭ ਦਾ ਚੱਲਦਾ ਹੀ ਆ ਜੀ, ਉਹ ਖੇਤਾਂ ਕਰਕੇ ਚੱਲਦਾ। ਸੋ ਤਾਂ ਕਰਕੇ ਆਉਣਾ ਚਾਹੀਦਾ ਵੀ ਆ, ਜਿਹੜੇ ਆ ਰਹੇ ਨੇ ਉਹਨਾਂ ਦੀ ਵੀ ਬਹੁਤ ਵਧੀਆ ਜੀ। ਇੱਕ ਹੋਰ ਬਹੁਤ ਅਹਿਮ ਸਵਾਲ ਹੈ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਹੈ ਇਸ ਵੇਲੇ, ਉਹ ਇਹ ਹੈ ਕਿ ਇਹ ਤਾਂ ਲੋਕਡਾਊਨ ਸੀ, ਤਾਲਾਬੰਦੀ ਸੀ, ਜਿਹਦੇ ਕਰਕੇ ਲੋਕਾਂ ਦਾ ਮੰਨਣਾ ਹੈ ਕਿ ਜਿਹੜੇ ਗਾਇਕ ਨੇ ਉਹਨਾਂ ਨੂੰ ਲੱਗਿਆ ਵੀ ਥੋੜਾ ਜਿਹਾ ਅੱਖਾਂ ਦੇ ਸਾਹਮਣੇ ਆਉਣਾ ਚਾਹੀਦਾ, ਵੀ ਵਿਹਲੇ ਬੈਠੇ ਆ ਚਲੋ ਆ ਨਹੀਂ ਤਾਂ ਧਰਨੇ 'ਚ ਜਾ ਆਉਂਦੇ ਆ। ਕਿਤੇ ਐ ਤਾਂ ਨਹੀਂ ਹੋਊਗਾ ਭਵਿੱਖ ਦੇ ਵਿੱਚ ਕਿ ਜਦੋਂ ਪ੍ਰੋਗਰਾਮ ਆਉਣ ਲੱਗ ਗਏ, ਜਦੋਂ ਕੰਮ ਥੋੜਾ ਜਿਹਾ ਠੀਕ ਲੀਹੇ ਤੁਰ ਪਿਆ, ਤੇ ਉਦੋਂ ਫਿਰ ਕਲਾਕਾਰ ਕਹਿਣ ਵੀ ਤੁਸੀਂ ਬੈਠੇ ਰਹੋ, ਸਾਨੂੰ ਪ੍ਰੋਗਰਾਮ ਆਇਆ ਅਸੀਂ ਭਾਈ ਚੱਲੇ ਆ, ਤੁਹਾਡਾ ਤਾਂ ਆਹੀ ਕੁਛ ਰਹਿਣਾ। ਮੈਂ ਮੰਨ ਲੈਂਦਾ, ਆਪਾਂ ਸਾਰੀਆਂ ਗੱਲਾਂ 'ਚ ਵੀ ਜੋ ਵੀ ਪਿੱਛੇ ਵੀ ਬੀਤਿਆ ਉਹਨਾਂ 'ਚ ਆਪਾਂ ਮੰਨ ਲੈਂਦੇ ਆ ਵੀ ਕਲਾਕਾਰ ਮਤਲਬ ਪ੍ਰਸਤ ਵੀ ਨੇ, ਮੌਕਾ ਪ੍ਰਸਤ ਵੀ ਨੇ, ਸਾਰਾ ਕੁਛ ਹੈ। ਪਰ ਤੁਸੀਂ ਮੇਰੀ ਇਸ ਗੱਲ ਨੂੰ ਇੱਕ ਵਾਰੀ ਇਸ ਵਾਰ ਮੰਨ ਲਓ ਵੀ ਜਿੰਨੇ ਵੀ ਵੀਰ ਆਏ ਨੇ ਉਹ ਦਿਲੋਂ ਹੀ ਆਏ ਨੇ ਜੀ ਇਸ ਵਾਰ। ਵੀ ਹਾਂ ਵੀ ਸਾਡਾ ਇੱਕ ਕਿੱਤਾ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਬਾਹਰਲੇ ਲੋਕ ਬਹੁਤ ਫੋਨ ਕਰਦੇ ਆ ਮੈਨੂੰ। ਮਤਲਬ ਜੇ ਮੈਂ ਇਸ ਗੱਲ ਤੇ ਕੋਈ ਸ਼ੱਕ ਨਹੀਂ, ਮੈਂ ਤੁਹਾਡੇ ਕੈਮਰੇ ਮੂਹਰੇ ਕਹਿ ਸਕਦਾ ਵੀ ਮੈਂ ਗਾਇਕੀ ਮਹਾਰਾਜ ਨੇ ਮੈਨੂੰ ਨਹੀਂ ਪਤਾ ਕਿੱਥੇ ਲੈ ਕੇ ਜਾਣਾ ਸੀ, ਬੰਬੇ ਲੈ ਕੇ ਜਾਣਾ ਸੀ। ਅੱਗੇ ਫਿਲਮਾਂ 'ਚ ਮੈਂ ਕਰ ਵੀ ਰਿਹਾ, 2-3 ਫਿਲਮਾਂ ਮੇਰੀਆਂ ਸ਼ੂਟ ਵੀ ਹੋਈਆਂ ਪਈਆਂ ਨੇ, ਕੀਤੀਆਂ ਵੀ ਨੇ ਪਿੱਛੇ। ਪਰ ਜਿੰਨਾ ਪਿਆਰ ਤੇ ਸਤਿਕਾਰ ਹੁਣ ਲੋਕਾਂ ਨੇ ਬਾਹਰਲਿਆਂ ਨੇ ਦਿੱਤਾ, ਪੰਜਾਬੀਆਂ ਨੇ ਜਾਂ ਹੁਣ ਪਿੰਡਾਂ 'ਚ ਬਜ਼ੁਰਗਾਂ ਨੇ, ਜਦੋਂ ਮੈਨੂੰ ਉਹ ਜੱਸਾ ਕਹਿ ਕੇ ਬਈ ਜੀ ਹਾਕ ਮਾਰਦੇ ਆ ਵੀ ਉਹ ਆ ਗਿਆ, ਮੈਨੂੰ ਨਹੀਂ ਲੱਗਦਾ ਵੀ ਮੈਂ ਆਪਦੇ ਗੀਤਾਂ ਦੇ ਥਰੂ ਉਹਨਾਂ ਤੱਕ ਸਾਰੀ ਜ਼ਿੰਦਗੀ ਪਹੁੰਚ ਸਕਦਾ। ਸੋ ਇੱਥੇ ਇਹਦੇ ਆਉਣ ਨਾਲ ਕਲਾਕਾਰਾਂ ਦੀ ਇੱਜ਼ਤ ਵੀ ਬਹੁਤ ਵੱਡੀ ਵਧੀ ਹੈ, ਪਹਿਲ ਕੀਤੀ ਆ। ਚਾਹੇ ਚਲੋ ਆਪਾਂ ਮੰਨ ਵੀ ਲੈਂਦੇ ਵੀ ਉਹਨਾਂ ਨੇ ਆਪਦੇ ਮਤਲਬ ਲਈ ਕੀਤੀ ਆ, ਪਰ ਆਏ ਅੱਜ ਦੀ ਡੇਟ 'ਚੋਂ ਖੜੇ ਆ। ਜਦੋਂ ਭੱਜਣਗੇ ਉਦੋਂ ਦੇਖਾਂਗੇ, ਉਹ ਵਕਤ ਦੱਸੂਗਾ। ਮੈਨੂੰ ਲੱਗਦਾ ਨਹੀਂਗਾ ਵੀ ਕੋਈ ਭੱਜੂਗਾ, ਜਿੱਥੇ ਤੱਕ ਇਹ ਜਾਊਗੀ ਲਹਿਰ ਇਹ ਜਾਣਗੇ ਜੀ। ਤੁਹਾਡਾ ਪਸੰਦੀਦਾ ਸਵਾਲ ਬਈ ਜੀ, ਚਾਹੀਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ? ਬਹੁਤ, ਮੈਂ ਤਾਂ ਧੰਨ ਭਾਗ ਹੈ ਜੀ ਮੇਰੇ, ਮੈਂ ਆਇਆ। ਮੈਂ ਅਕਸਰ ਤੁਹਾਡਾ ਪ੍ਰੋਗਰਾਮ ਆ ਜਿਹੜਾ ਦੇਖਦਾ, ਕੋਈ ਹੀ ਐਪੀਸੋਡ ਹੋਊਗਾ ਜਿਹਨੂੰ ਮੈਂ ਛੱਡਦਾ ਹੋਊਗਾ, ਕਿਉਂਕਿ ਬਾਈ ਜੀ ਉਹਨਾਂ ਦਾ ਜਾਂ ਤੁਹਾਡਾ ਜਿਹੜਾ ਲਹਿਜਾ ਗੱਲਬਾਤ ਕਰਨ ਦਾ, ਉਹ ਇੱਕ ਉਹਦੇ ਚੋਂ ਇੱਕ ਸਾਡਾ ਉਹ ਪਿਛੋਕੜ ਝਲਕਦਾ। ਉਹਦੇ 'ਚ ਜਦੋਂ ਅਸੀਂ ਇੰਟਰਵਿਊਆਂ ਕਰਦੇ ਹਾਂ ਵੱਖ-ਵੱਖ ਚੈਨਲਾਂ ਤੇ, ਕੁਛ ਇੱਦਾਂ ਨਹੀਂ ਹੁੰਦਾ ਵੀ ਤੁਹਾਡਾ ਫੇਵਰਟ ਫੂਡ ਕਿਹੜਾ ਜੀ, ਤੁਹਾਡਾ ਸ਼ਹਿਰ ਕਿਹੜਾ ਜੀ, ਤੁਸੀਂ ਨਿਆਗਰਾ ਫਾਲ ਜਾ ਕੇ ਤੁਹਾਨੂੰ ਕਿਵੇਂ ਲੱਗਦਾ। ਇੱਥੇ ਮੇਨ ਗੱਲ ਇਹ ਆ ਵੀ ਮੈਂ ਪਿੰਡਾਂ ਨਾਲ ਜੁੜਿਆ। ਤੁਸੀਂ ਮੇਰੇ ਲਿਬਾਸ ਤੋਂ ਹੀ, ਜਿਵੇਂ ਤੁਸੀਂ ਜੇ ਕਹਿੰਦਾ ਲੀਡਰਾਂ ਦਾ ਲੀੜੇ ਸੋਹਣੇ ਆ, ਹਾਂਜੀ, ਤਾਂ ਕਰਕੇ ਤੁਹਾਡੀਆਂ ਗੱਲਾਂ ਪਿਛੋਕੜ ਵਾਲੀਆਂ ਉਹ ਸ਼ਬਦ ਨੇ ਜਿਹੜੇ ਵਿਸਰ ਗਏ ਸਾਡੀ ਜ਼ੁਬਾਨ ਚੋਂ, ਉਹ ਤੁਸੀਂ ਬੋਲਦੇ ਹੋ ਤਾਂ ਮੈਂ ਧੰਨ ਭਾਗ ਹਾਂ ਜੀ। ਬਾਕੀ ਮੈਂ ਸਿੱਖਿਆ ਤੁਹਾਡੇ ਤੋਂ, ਅਸੀਂ ਸਿੱਖਦੇ ਰਹਿੰਦੇ ਆ ਤੇ ਮੈਨੂੰ ਚੰਗਾ ਲੱਗਿਆ ਜੀ ਆ ਕੇ। ਬਹੁਤ ਮਿਹਰਬਾਨੀ ਤੁਸੀਂ ਆਏ ਹੋ ਤੇ ਤੁਸੀਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਡਟੇ ਰਹੋ ਤੇ ਤੁਸੀਂ ਚੰਗਾ ਗਾਓ, ਤੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਬਹੁਤ ਮਿਹਰਬਾਨੀ। ਤੇ ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।